ਸਤਨਾਮ ਵਾਹਿਗੁਰੂ ਜੀਓ। ਤੇਰਾ ਰੂਪ ਅਗਮ ਹੈ, ਅਨੂਪ ਤੇਰਾ ਦਰਸਾਰਾ। ਹੋਂ ਕੁਰਬਾਨੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ। ਮੋਕੋ ਤਾਰ ਕਿਰਪਾ, ਜਗ ਜੀਵਨ ਦਾਤੇ। ਹਰ ਸੰਤ ਪਗੀਲੇ ਪਾਵੈ, ਹੋਂ ਕਾਟੋਂ ਕਾਟ ਬਾਡ ਸਿਰ ਰਾਖੂੰ। ਜਿਤ ਨਾਨਕ ਸੰਤ ਚੜ੍ਹ ਆਵੈ। ਪਰਮ ਸਤਿਕਾਰਯੋਗ ਸਤਿਗੁਰੂ ਸਵਾਰੀ ਸਾਧ ਸੰਗਤ ਜੀਓ, ਆਓ ਗਰੀਬ ਨਿਵਾਜ ਪਿਤਾ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰੀਏ। ਅਰਦਾਸ ਵਿੱਚ ਜਿਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰ ਮੰਗਦੇ ਹਾਂ ਹਰ ਰੋਜ਼, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਨਤਮਸਤਕ ਹੋਈਏ। ਆਪਣੀਆਂ ਪਿਆਰ ਭਰੀਆਂ ਭਾਵਨਾਵਾਂ ਨੂੰ ਹੋਰ ਵਧੇਰੇ ਭਾਵਨਾ ਭਰ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਸੀਸ ਝੁਕਾਈਏ। ਫਤਿਹ ਬੁਲਾਓ, ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1984 ਦੇ ਅੰਦਰ ਜੋ ਇੱਕ ਇਹੋ ਜਿਹੀ ਘਟਨਾ ਵਾਪਰੀ ਜਿਸ ਨੇ ਸਮੁੱਚੀ ਕੌਮ ਦਾ ਦਿਲ ਚੰਗੀ ਤਰ੍ਹਾਂ ਬਲੂੰਦਰਿਆ। ਜਦੋਂ ਵੀ ਇਹ ਜੂਨ ਦਾ ਪਹਿਲਾ ਹਫ਼ਤਾ ਹਰ ਸਾਲ ਆਉਂਦਾ ਹੈ ਤੇ ਇੱਕ ਵਾਰਾਂ 4 ਚੁਫੇਰੇ ਤੋਂ ਫੇਰ ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ 'ਤੇ ਹਮਲਾ ਹੋਇਆ, ਹਰਿਮੰਦਰ ਸਾਹਿਬ ਦਾ ਨਿਰਾਦਰ, ਹਜ਼ਾਰਾਂ ਗੁਰੂ ਕੇ ਪਿਆਰ ਵਾਲੇ ਸ਼ਹੀਦ ਹੋਏ, ਉਹਨਾਂ ਨੂੰ ਚੇਤਾ ਕੀਤਾ ਜਾਂਦਾ ਹੈ। ਅੱਜ ਆਪਾਂ ਵੀ ਉਸੇ ਤਰ੍ਹਾਂ ਜਿਹੜੀਆਂ ਰੂਹਾਂ ਉਸ ਅਸਥਾਨ 'ਤੇ ਸ਼ਹਾਦਤ ਦਾ ਜਾਮ ਪੀ ਗਈਆਂ, ਉਹਨਾਂ ਦੇ ਚਰਨਾਂ ਵਿੱਚ ਸਦਾ ਲਈ ਨਮਸਕਾਰ। ਗੁਰੂ ਕੇ ਪਿਆਰਿਓ, ਅਰਦਾਸ ਵਿੱਚ ਆਪਾਂ 2 ਹਸਤੀਆਂ ਨੂੰ ਚੇਤਾ ਕਰਦੇ ਹਾਂ। ਇੱਕ ਜਿਨ੍ਹਾਂ ਨੇ ਨਾਮ ਜਪਿਆ ਅਤੇ ਦੂਸਰਾ ਜਿਨ੍ਹਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ। ਭਾਵੇਂ ਦੁਨੀਆ ਅੰਦਰ ਕੋਈ ਕਿਤਨਾ ਅਮੀਰ ਗਰੀਬ ਕੋ ਰਾਜੇ ਪ੍ਰਜਾ ਨੂੰ ਚੇਤਾ ਕਰੀਦਾ, ਇਹ ਆਖੀਦਾ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਜਾਂ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਚੇਤਾ ਆਉਂਦਾ ਅਤੇ ਕਰਾਇਆ ਜਾਂਦਾ ਹੈ। ਅਤੇ ਜਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮਖੇਤ ਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ 'ਤੇ ਚੜ੍ਹੇ, ਸ਼ਹਾਦਤਾਂ ਵੱਲ ਨੂੰ ਇਹ ਆਪਣੀ ਸੁਰਤੀ ਆਪਣਾ ਧਿਆਨ ਕਰਾਇਆ ਜਾਂਦਾ ਹੈ। ਜਦੋਂ ਇਹ ਦਿਨ ਆਉਂਦੇ ਹਨ ਗੁਰੂ ਕੇ ਪਿਆਰਿਓ, ਸੁਭਾਵਿਕ ਹੈ ਵੀ ਕੌਮ ਦੇ ਅੰਦਰ ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਹਨ। ਕੋਈ ਚੰਗਾ ਕਹਿ ਕੇ ਇਹਨਾਂ ਦਿਨਾਂ ਨੂੰ ਯਾਦ ਕਰਦਾ, ਕੋਈ ਮਾੜਾ ਕਹਿ ਕੇ। ਕੋਈ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਨੂੰ ਉਹਨਾਂ ਦੇ ਪਰਉਪਕਾਰ ਅਤੇ ਗੁਣਾਂ ਨੂੰ ਚੇਤਾ ਕਰਦਾ ਹੈ। ਕੁਝ ਵਕਤ ਦੀਆਂ ਹਕੂਮਤਾਂ ਨੂੰ ਦੋਸ਼ ਦੇ ਕੇ ਗੁਰੂ ਕੇ ਪਿਆਰਿਓ ਆਪਣੇ ਦਿਲ ਦੇ ਜਜ਼ਬਾਤ ਜਿਹੜੇ ਹਨ ਉਹਨਾਂ ਨੂੰ ਪ੍ਰਗਟਾਇਆ ਜਾਂਦਾ ਹੈ। ਪਰ ਮੇਰਾ ਅੱਜ ਕੁਝ ਹੋਰ ਭਾਵ ਹੈ।
ਅਸੀਂ ਹਮੇਸ਼ਾ ਲਈ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਨੂੰ ਝੁਕਦੇ ਹਾਂ, ਹੁਣ ਉੱਥੇ ਅਸੀਂ ਨਾਲ ਉਚੇਚਾ ਯਾਦ ਕਰਦੇ ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਨੂੰ। ਅੱਜ ਦੇ ਇਸ ਵਿਚਾਰ ਵਿੱਚ ਮੈਂ ਪੂਰਾ ਸਮਾਂ ਉਹਨਾਂ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ, ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਹੋਰਾਂ ਨੂੰ ਗੁਰੂ ਕੇ ਪਿਆਰਿਓ, ਇੱਕ ਤਾਂ ਉਹਨਾਂ ਦੀ ਜੋ ਕੌਮ ਪ੍ਰਤੀ ਸੇਵਾ ਹੈ ਉਹਨਾਂ ਨੂੰ ਤਾਂ ਚੇਤਾ ਕੀਤਾ ਜਾਂਦਾ ਹੈ, ਪਰ ਉਹਦੇ ਨਾਲ ਇੱਕ ਦੂਜਾ ਪੱਖ ਹੈ ਸਾਡਾ। ਅਸੀਂ ਉਸ ਦਮਦਮੀ ਟਕਸਾਲ ਚੌਂਕ ਮਹਿਤਾ ਮਹਾਂਪੁਰਖਾਂ ਕੋਲ ਰਹਿ ਕੇ ਜੋ ਵਿੱਦਿਆ ਮਹਾਰਾਜ ਜੀ ਦੇ ਘਰ ਦੇ ਲਈ ਜੋ ਉਹਨਾਂ ਨੇ ਸਾਡੀ ਝੋਲੀ ਵਿੱਚ ਸਤਿਗੁਰੂ ਦੇ ਘਰ ਦੀ ਦਾਤ ਪਾਈ, ਕੇਵਲ ਤੇ ਕੇਵਲ ਉਹਦਾ ਸ਼ੁਕਰ ਅਦਾ ਕਰਦੇ ਹਾਂ। ਇਸ ਦਿਨ 'ਤੇ ਉਹ ਜੋ ਉਸ ਦਰ 'ਤੇ ਰਹਿ ਕੇ ਸਤਿਗੁਰੂ ਜੀ ਦੇ ਘਰ ਨਾਲ ਜਿਵੇਂ ਜੋੜਿਆ, ਅੰਦਰ ਇੱਕੋ ਖਿਆਲ ਆ ਰਿਹਾ ਸੀ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਕਹਿੰਦੇ ਕੋਈ ਤੁਹਾਨੂੰ ਇੱਕ ਗੁਰੂ ਕਾ ਸ਼ਬਦ ਸਿਖਾ ਦੇਵੇ, ਸਤਿਗੁਰੂ ਦੇ ਘਰ ਨਾਲ ਜੋੜ ਦੇਵੇ, ਉਸ ਜੋੜਨ ਵਾਲ ਇਹਨੂੰ ਪੁੰਨ ਕਿੰਨਾ ਕੁ ਮਿਲਦਾ ਏ। ਸੱਤ ਦਾ ਅਰਥ 6-7 ਨਹੀਂ, ਸੱਤ ਤੋਂ ਭਾਵੇਂ ਸੈਂਕੜੇ। ਇੱਕ ਆਦਮੀ ਸੈਂਕੜੇ ਸੋਨੇ ਦੇ ਮਹਿਲ ਬਣਾ ਕੇ ਦਾਨ ਕਰੇ, ਦੂਸਰੇ ਪਾਸੇ ਕਿਸੇ ਇੱਕ ਰੂਹ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦਿਓ, ਪੁੰਨ ਬਰਾਬਰ ਹੋਏਗਾ। ਗੁਰੂ ਕੇ ਪਿਆਰਿਓ, ਸਤਿਗੁਰਾਂ ਨੇ ਤਰਸ ਕੀਤਾ। ਗਰੀਬ ਨਵਾਜ ਪਿਤਾ ਮਹਾਰਾਜ ਜੀ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਹੋਰਾਂ ਨੂੰ ਜਿਸ ਦਿਨ ਟਕਸਾਲ ਦੀ ਪੱਗ ਮਿਲੀ ਸੀ, ਸਬੱਬੀ ਨਿਰੰਕਾਰ ਨੇ ਉਸ ਦਿਨ ਮਹਿਤੇ ਹੀ ਪ੍ਰਵੇਸ਼ ਕਰਾਇਆ। ਉਮਰ ਤਾਂ 13-14 ਸਾਲ ਦੀ ਸੀ। ਉਸ ਦਰ 'ਤੇ ਰਹਿ ਕੇ ਟਕਸਾਲ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸੰਥਿਆ ਮਹਾਰਾਜ ਜੀ ਨੇ ਦਵਾਈ। ਸਤਿਕਾਰਯੋਗ ਬਾਬਾ ਬੂੜ ਸਿੰਘ ਸਾਹਿਬ ਸਨ। ਆਪ ਜੀ ਨੂੰ ਪਤਾ ਹੋਵੇ ਦਮਦਮੀ ਟਕਸਾਲ ਦਾ ਮਨੋਰਥ ਕੀ ਸੀ, ਥੋੜ੍ਹਾ ਜਿਹਾ ਇੱਧਰ ਧਿਆਨ ਕਰਨਾ ਬਣਦਾ ਕਿ ਤੁਹਾਡਾ ਧਿਆਨ ਦਿਵਾਵਾਂ, ਕਿਉਂਕਿ ਪਿਛੋਕੜ 'ਤੇ ਭਾਵੇਂ ਸਾਡਾ ਸਾਰਿਆਂ ਦਾ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਹੈ। ਹਰ ਸਿੱਖ ਦਾ ਪਿਛੋਕੜ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਹੈ। ਜਿਹੜਾ ਵੀ ਇਸ ਦਰ 'ਤੇ ਆਇਆ ਹੈ ਗੁਰੂ ਕੇ ਪਿਆਰਿਓ, ਪਰ ਜਦੋਂ ਕਿਸੇ ਸੰਸਥਾ ਦੀ ਗੱਲ ਚੱਲਦੀ ਹੈ ਅਤੇ ਸੰਸਥਾ ਦਾ ਪਿਛੋਕੜ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਮੰਨਿਆ ਜਾਂਦਾ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਰਹਿ ਉੱਥੇ ਜੋ ਸੇਵਾ ਕੀਤੀ, ਸਤਿਗੁਰਾਂ ਦੀਆਂ ਖੁਸ਼ੀਆਂ ਲਈਆਂ। 48 ਸਿੰਘਾਂ ਨੂੰ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਮਹਾਰਾਜ ਜੀ ਨੇ ਜਿਨ੍ਹਾਂ 48 ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅਰਥ ਸਮਝਾਏ, ਉਹਨਾਂ 'ਚੋਂ ਇੱਕ ਨੇ ਬਾਬਾ ਦੀਪ ਸਿੰਘ ਸਾਹਿਬ। ਉਹਨਾਂ ਦੀ ਮਹਾਨ ਸੇਵਾ ਗੁਰੂ ਕੇ ਪਿਆਰੇ ਅਸੀਂ ਸਾਰੇ ਜਾਣਦੇ ਹਾਂ। ਬਾਬਾ ਗੁਰਬਖਸ਼ ਸਿੰਘ ਜੀ ਹੋਏ, ਇਹ ਲੜੀ ਵੱਖ-ਵੱਖ ਰੂਪ ਬਣਾ ਕੇ ਤੁਰੀ। ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਸਾਧ ਸੰਗਤ, ਜਿਹੜੇ ਕਿ ਬਹੁਤ ਹੀ ਅਕਾਲ ਪੁਰਖ ਦੇ ਪਿਆਰ ਵਿੱਚ ਭੇਜੀ ਹੋਈ ਆਤਮਾ ਸੀ। ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਚਰਨਾਂ 'ਚ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਐਜ ਏ ਵਿਦਿਆਰਥੀ ਬਣ ਕੇ ਵਿੱਦਿਆ ਲਈ। ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਜਿਨ੍ਹਾਂ 'ਤੇ ਕੇਵਲ ਇੱਥੋਂ ਹੀ ਤੁਸੀਂ ਹਿਸਾਬ ਲਗਾ ਸਕਦੇ ਹੋ ਕਿੰਨੇ ਕੁ ਜੁੜੇ ਹੋਣਗੇ, ਕੈਸੀਆਂ ਅਵਸਥਾ ਹੋਣਗੀਆਂ। ਉਹ ਹਮੇਸ਼ਾ ਨੇਤਰ ਨੀਵੇਂ ਕਰਕੇ ਤੁਰਦੇ, ਉੱਪਰ ਨਾ ਕਦੇ ਵੇਖਦੇ, ਤਾਰਿਆਂ ਵੱਲ ਜਾਂ ਆਕਾਸ਼ ਵੱਲ ਜਾਂ ਕਿਸੇ ਬਿਲਡਿੰਗ ਦੇ ਉੱਪਰ ਹਮੇਸ਼ਾ ਨੀਵਾਂ ਵੇਖਣਾ। ਇੱਕ ਵਾਰ ਦੀਵਾਲੀ ਆਈ, ਸਿੰਘਾਂ ਸੇਵਾਦਾਰਾਂ ਨੇ ਅਸਥਾਨ 'ਤੇ ਦੀਵੇ ਬਾਲੇ। ਬਾਬਾ ਜੀ ਨੂੰ ਬੇਨਤੀ ਕੀਤੀ, ਜੀਓ ਅੱਜ ਦੀਪਮਾਲਾ ਗੁਰਦੁਆਰਾ ਸਾਹਿਬ 'ਚ ਕਿੰਨੀ ਸੋਹਣੀ ਲੱਗਦੀ ਏ, ਆਪ ਜੀ ਵੀ ਤੱਕੋ ਜਰਾ ਉੱਪਰ ਦੀਵਿਆਂ ਵੱਲ। ਉਹਨਾਂ ਨਹੀਂ ਵੇਖਿਆ।
ਸਿੰਘਾਂ ਨੇ ਬੇਨਤੀ ਕੀਤੀ, ਜੀਓ ਆਪ ਜੀ ਕਿਉਂ ਨਹੀਂ ਕਦੇ ਉੱਪਰ ਵੇਖਦੇ? ਦੀਪਮਾਲਾ ਵੇਖੋ ਜਾਂ ਆਕਾਸ਼ ਵੱਲ, ਨੀਵਾਂ ਕਿਉਂ ਵੇਖਦੇ ਹੋ? ਕਹਿਣ ਲੱਗੇ, ਸਿੰਘੋ ਨੀਵਾਂ ਵੇਖਣ ਦੀਆਂ ਗੱਲਾਂ ਨੇ, ਇਹ ਕੋਈ ਜਾਣ ਬੁੱਝ ਕੇ ਨਹੀਂ ਕਰੀਦਾ। ਜਦੋਂ ਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਮਿਹਰ ਕਰਕੇ ਅੰਦਰ ਨੂੰ ਭਾਗ ਲਾਏ, ਉਹ ਜੋ ਉਹਨਾਂ ਦੀ ਰਹਿਮਤ ਅੰਦਰੋਂ ਪ੍ਰਗਟ ਹੋ ਰਹੀ ਹੈ, ਸ਼ਬਦ ਰਾਹੀਂ, ਵਾਹਿਗੁਰੂ ਰਾਹੀਂ ਉਹਨਾਂ ਦੇ ਚਰਨ, ਉਹਨਾਂ ਦੇ ਚਰਨਾਂ ਦੀ ਖਿੱਚ ਹੀ ਇੰਨੀ ਹੈ ਵੀ ਉਹਨਾਂ ਦੇ ਚਰਨਾਂ ਨੂੰ ਛੱਡ ਕੇ ਉੱਪਰ ਵੇਖਣ ਦੀ ਹਿੰਮਤ ਹੀ ਨਹੀਂ ਪੈਂਦੀ। ਇਹਦਾ ਮਤਲਬ ਅੱਠੇ ਪੈਰ ਸਤਿਗੁਰੂ ਜੀ ਦੇ ਚਰਨਾਂ ਨਾਲ ਸੁਰਤੀ ਨੂੰ ਗੁਰੂ ਕੇ ਪਿਆਰਿਓ ਜੋੜ ਕੇ ਆਨੰਦ ਮਾਣਦੇ ਨੇ। ਉਹਨਾਂ ਦੇ ਕੋਲ ਅਨੇਕਾਂ ਵਿਦਿਆਰਥੀ ਪੜ੍ਹੇ, ਉਹਨਾਂ 'ਚੋਂ ਸਾਧ ਸੰਗਤ ਸਤਿਕਾਰਯੋਗ ਸੰਤ ਬਾਬਾ ਸੁੰਦਰ ਸਿੰਘ ਜੀ, ਬਾਬਾ ਪ੍ਰੇਮ ਸਿੰਘ ਸਾਹਿਬ ਜੀ ਮੁਰਾਲੇ ਵਾਲੇ ਅਤੇ ਬਾਬਾ ਕਰਤਾਰ ਸਿੰਘ ਜੀ, ਤਿੰਨਾਂ ਦਾ ਉਚੇਚਾ ਵਿਦਿਆਰਥੀ ਸਾਰੇ ਹੀ ਭਲੇ ਨੇ। ਖੁਰੇ ਇਸ ਤੋਂ ਇਲਾਵਾ ਕਿੰਨੀਆਂ ਰੂਹਾਂ ਜੁੜੀਆਂ ਹੋਣਗੀਆਂ, ਪਰ ਜਿਹੜੀ ਅੱਗੋਂ ਸੰਸਥਾ ਬਣ ਕੇ ਤੁਰ ਪਏ, ਉਹਨਾਂ 'ਚੋਂ ਇੱਕ ਨੇ ਬਾਬਾ ਸੁੰਦਰ ਸਿੰਘ ਸਾਹਿਬ। ਇਹਨਾਂ ਨੂੰ ਵੀ ਉਸੇ ਤਰ੍ਹਾਂ ਰੰਗ ਲੱਗੇ, ਉਹਨਾਂ ਕੋਲੋਂ ਦਾਤ ਵੀ ਇਹੀ ਮੰਗੀ ਸੀ, ਗੁਰਸਿੱਖੀ ਕਮਾਉਣ ਦੀ। ਉਹਨਾਂ ਨੇ ਬਚਨ ਵੀ ਦਿੱਤੇ ਸੀ, ਜਾਓ ਆਪ ਵੀ ਕਮਾਈ ਕਰੋਗੇ ਬਹੁਤ, ਅਤੇ ਦੂਸਰਾ ਤੁਸੀਂ ਸੰਗਤਾਂ ਨੂੰ ਵੀ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜੋਗੇ। ਪਿਆਰਿਓ, ਬਾਬਾ ਸੁੰਦਰ ਸਿੰਘ ਸਾਹਿਬ ਦਾ ਸੁਭਾਅ ਸੀ, ਉਹ ਬਹੁਤ ਸਮਾਂ ਇਕਾਂਤ ਵਿੱਚ ਰਹਿੰਦੇ ਸੀ, ਕਥਾ ਕਰਨੀ, ਅਤੇ ਬਾਕੀ ਸਮਾਂ ਜਿਵੇਂ ਬਾਬਾ ਪ੍ਰੇਮ ਸਿੰਘ ਜੀ ਇਕਾਂਤ ਵਿੱਚ ਰਹਿੰਦੇ, ਉਹ ਭਜਨ ਸਿਮਰਨ ਕਰਦੇ। ਐਸਾ ਹੋਇਆ, ਥੋੜ੍ਹਾ ਜਿਹਾ ਸੰਖੇਪ ਜਿਹਾ ਇਸ ਦਿਨ 'ਤੇ, ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ ਹੈ, ਹਰਿਮੰਦਰ ਸਾਹਿਬ ਦਾ ਨਿਰਾਦਰ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਕੁਛ ਹੋਇਆ, 4 ਚੁਫੇਰੇ ਤੋਂ ਆਪ ਜੀ ਸੁਣਦੇ ਆ ਰਹੇ ਹੋ। ਆਪਾਂ ਵੀ ਗਾਏ ਬਗਾਏ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰੀਦੀਆਂ ਨੇ। ਇਹ ਤਾਂ ਜੋ ਉਸ ਅਸਥਾਨ ਤੋਂ ਵਿਦਿਆ ਦੀ ਦਾਤ ਲਈ ਸ਼ੁਰੂਆਤ ਕੀਤੀ ਸਤਿਗੁਰਾਂ ਨੇ, ਇਹ ਕੇਵਲ ਸ਼ਰਧਾ ਦੇ ਫੁੱਲ ਅਤੇ ਪਿਆਰ ਉਸ ਅਸਥਾਨ ਲਈ ਪ੍ਰਗਟਾਉਣ ਲਈ ਤੁਹਾਡੇ ਨਾਲ ਇਹ 6 ਜੂਨ ਲਈ ਪਿਆਰਿਓ ਕੁਛ ਬਚਨ ਸਾਂਝੇ ਕਰਨਾ ਚਾਹੁੰਦਾ ਹਾਂ। ਮਹਾਰਾਜ ਜੀ ਦੀ ਮਿਹਰ ਨਾਲ ਬੇਨਤੀ ਕਰ ਰਿਹਾ ਸਾ ਸਮਾਂ ਸੀ, ਬਾਬਾ ਸੁੰਦਰ ਸਿੰਘ ਜੀ ਕਥਾ ਸ਼ੁਰੂ ਕਰਦੇ ਅਤੇ ਇੱਕੋ ਜਗ੍ਹਾ 'ਤੇ ਹੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਇੱਕ ਕਰ ਦੇਣੀ, ਭੋਗ ਪੈਣਾ, ਫਿਰ ਰੱਖ ਲੈਣੀ। ਇੱਕ ਅਸਥਾਨ 'ਤੇ ਹੀ ਸਾਧ ਸੰਗਤ 2-2 4-4 ਵੀ ਕਥਾ ਇੱਕ ਵੀ। ਬਾਬਾ ਉਸ ਤੋਂ ਬਾਅਦ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਦੀ ਸੇਵਾ ਆਈ। ਇਹ ਮੈਂ ਬੇਨਤੀ ਕਰਾਂ, 1883 ਵਿੱਚ ਬਾਬਾ ਸੁੰਦਰ ਸਿੰਘ ਸਾਹਿਬ ਜੀ ਦਾ ਜਨਮ ਹੁੰਦਾ ਹੈ, ਅਤੇ ਪਿਆਰਿਓ 1930 ਵਿੱਚ ਉਹ ਆਪਣਾ ਸਰੀਰ ਤਿਆਗਦੇ ਨੇ। ਮਹਾਰਾਜ ਜੀ ਨੇ ਉਹਨਾਂ ਕੋਲੋਂ ਬੇਅੰਤ ਸੇਵਾ ਲਈ, ਕਿਉਂਕਿ ਉਹਨਾਂ ਦੇ ਪਿਤਾ ਸਰਦਾਰ ਖਜਾਨ ਸਿੰਘ ਜੀ, ਮਾਤਾ ਜੀ ਉਹਨਾਂ ਦੇ ਜਨਮ ਤੋਂ ਪਹਿਲਾਂ ਹੀ ਬੜੀ ਤਿਆਰੀ ਵਿੱਚ ਸਨ ਵੀ ਇਸ ਬੱਚੇ ਨੂੰ ਕਿਵੇਂ ਅਸੀਂ ਸਤਿਗੁਰੂ ਪਰਮੇਸ਼ਰ ਨਾਲ ਜੋੜਨਾ। 36 ਲੱਖ ਮੂਲ ਮੰਤਰ ਦੇ ਜਾਪ ਕਰਵਾਉਣੇ, ਪਹਿਲਾਂ 1.25 ਲੱਖ ਜਪਜੀ ਸਾਹਿਬ ਦੇ ਪਾਠ ਕਰਵਾਉਣੇ। ਜਦੋਂ ਜਨਮ ਹੋਇਆ ਉਸ ਤੋਂ ਬਾਅਦ 40 ਦਿਨਾਂ ਸਹਿਜ ਪਾਠ ਰੱਖ ਕੇ ਫਿਰ ਨਾਂ ਰੱਖਣਾ। ਉੱਧਰੋਂ ਮਾਪਿਆਂ ਦੀਆਂ ਗੁਰੂ ਕੇ ਪਿਆਰੇ ਕਮਾਈਆਂ, ਫਿਰ ਨਿਰੰਕਾਰ ਵੀ ਉੱਦਾਂ ਦੀਆਂ ਰੂਹਾਂ ਘਰ ਭੇਜਦਾ ਹੈ। ਅਸੀਂ ਹੁਣ ਇਹ ਗੱਲਾਂ ਭੁੱਲਦੇ ਜਾ ਰਹੇ ਹਾਂ। ਭਈ ਜਦੋਂ ਬੱਚੇ ਨੇ ਜਨਮ ਲੈਣ ਆਏ, ਮਾਂ ਪਿਓ ਨੂੰ ਚਾਹੀਦਾ ਅਰਦਾਸਾਂ ਕਰੇ, ਉਸ ਤੋਂ ਪਹਿਲਾਂ ਨਿਰੰਕਾਰ ਕੋਈ ਬਖਸ਼ੀ ਰੂਹ ਘਰ ਭੇਜੀ। ਦੂਸਰਾ ਕੇਵਲ ਅਰਦਾਸ ਨਹੀਂ, ਮਾਂ ਪਿਓ ਖੁਦ ਇਸ ਸਮੇਂ ਦਰਮਿਆਨ ਵੱਧ ਤੋਂ ਵੱਧ ਮਹਾਰਾਜ ਜੀ ਦੀ ਬਾਣੀ ਪੜ੍ਹਨ, ਸਿਮਰਨ ਕਰਨ, ਸੰਗਤ ਕਰਨ, ਪਵਿੱਤਰ ਅਤੇ ਉੱਚੇ ਖਿਆਲ ਹੋਣ। ਜਿਹੋ ਜਿਹਾ ਘਰ ਦਾ ਮਾਹੌਲ ਹੋਏਗਾ, ਨਿਰੰਕਾਰ ਉਸੇ ਤਰ੍ਹਾਂ ਹੀ ਉਹਨਾਂ ਦੇ ਘਰ ਉੱਦਾਂ ਦੀ ਰੂਹ ਭੇਜਦੇ ਹਨ। ਕਿਉਂਕਿ ਵਿਦਵਾਨ ਮੰਨਦੇ ਨੇ, ਜਿਹੜੇ ਸਾਧ ਸੰਗਤ ਦੁਸ਼ਟ ਆਤਮਾਵਾਂ, ਮਾੜੇ ਕਰਮ ਕਰਨ ਵਾਲੇ ਜੀਵ ਨੇ, ਉਹ ਜਿਹੜੇ ਘਰ ਜਾਂਦੇ ਨੇ, ਉਹਨਾਂ ਦੇ ਮਾਪਿਆਂ ਦੇ ਵੀ ਬੜੇ ਮਾੜੇ ਕਰਮ ਪਹਿਲਾਂ ਕੀਤੇ ਹੁੰਦੇ। ਤੋ ਖੈਰ ਇੱਧਰ ਨਾ ਤੁਰਾਂ, ਮੇਰਾ ਮਤਲਬ ਸੀ ਬਾਬਾ ਸੁੰਦਰ ਸਿੰਘ ਸਾਹਿਬ ਜੀ ਨੇ ਮਾਪਿਆਂ ਵੱਲੋਂ ਵੀ, ਉੱਧਰੋਂ ਬਾਬਾ ਪ੍ਰੇਮ ਸਿੰਘ ਸਾਹਿਬ, ਵਾਹਿਗੁਰੂ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਦੇ ਪੂਰਨ ਬ੍ਰਹਮ ਗਿਆਨੀਆਂ ਦੀ ਸੰਗਤ ਮਿਲੀ। ਉਹਦਾ ਪ੍ਰਭਾਵ ਸੀਗਾ ਭਈ ਦਿਨ ਰਾਤ ਅੰਦਰ ਜੁੜਦੇ,
ਬਚਨਾਂ 'ਚ ਰਸ ਸੀ ਰਸ, ਉਹ ਰਸ ਨੂੰ ਪਿਆਰ ਵਾਲੇ ਕਥਾ ਵਿੱਚੋਂ ਜਿੰਨਾ ਕੁ ਮਾਣਦੇ ਸਨ ਇਹ ਉਹ ਹੀ ਜਾਣਦੇ ਨੇ। ਮੈਂ ਬੇਨਤੀ ਕਰ ਰਿਹਾ ਸਾਂ 1930 ਤੱਕ, 1930 ਤੋਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ, ਜਿਹੜਾ ਇਹਦਾ ਨਾਮ ਪਿਆ ਨਾ ਪਿੰਡਰਿਆਂ, ਬਾਬਾ ਸੁੰਦਰ ਸਿੰਘ ਜੀ ਹੋਰਾਂ ਦਾ ਪਿੰਡ ਸੀ ਪਿੰਡਰੀ, ਉਹਦੇ ਕਰਕੇ ਪਿਆ। ਬਾਬਾ ਗੁਰਬਚਨ ਸਿੰਘ ਜੀ ਨੂੰ ਸੇਵਾ ਮਿਲੀ 1969 ਤੱਕ। ਉਹਨਾਂ ਨੇ ਇਹ ਸੇਵਾ ਨਿਭਾਈ ਲਗਾਤਾਰ ਸਾਧ ਸੰਗਤ। ਫਿਰ 1969 ਤੋਂ ਲੈ ਕੇ 1977 ਤੱਕ ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀ, ਜਿਹੜੇ ਕਿ ਉਹਨਾਂ ਨੇ 16 ਅਗਸਤ ਨੂੰ ਗੁਰੂ ਕੇ ਪਿਆਰਿਓ 1977 ਨੂੰ ਪ੍ਰਾਣ ਤਿਆਗੇ ਸਨ, ਕਿਉਂਕਿ ਮਲਸੀਆਂ ਤੋਂ ਦੀਵਾਨ ਦੀ ਸਮਾਪਤੀ ਕਰਕੇ ਸੋਲਨ ਜਾਣਾ ਸੀ। ਥੋੜ੍ਹੀ ਦੂਰ ਗਏ, ਐਕਸੀਡੈਂਟ ਹੋਇਆ, ਲੁਧਿਆਣੇ ਦਾਖਲ ਰਹੇ। ਕੁਝ ਦਿਨਾਂ ਤੋਂ ਬਾਅਦ ਨਿਰੰਕਾਰ ਵੱਲੋਂ ਸੱਦਾ ਆ ਗਿਆ, ਚਲੇ ਗਏ। 1977 ਤੋਂ ਲੈ ਕੇ 1984 ਤੱਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਮਹਾਰਾਜ ਜੀ ਨੇ ਸੇਵਾ ਬਖਸ਼ੀ ਹੈ। ਜਿਸ ਦਿਨ ਮਹਿਤਾ ਚੌਂਕ, ਅਸੀਂ ਛੋਟੇ ਸਾਂ, ਸਾਨੂੰ ਇਹਨਾਂ ਗੱਲਾਂ ਦਾ ਕੋਈ ਪਤਾ ਨਹੀਂ, ਵੱਡੀਆਂ ਉਮਰਾਂ ਵਾਲੇ ਜ਼ਿਆਦਾ ਜਾਣਦੇ ਨੇ। ਅਸੀਂ ਤਾਂ ਕੇਵਲ ਜੋ ਕੁਛ ਉਦੋਂ ਵੇਖਿਆ ਜਾਂ ਸੁਣਿਆ ਉਸ ਵਕਤ ਮਹਿਤੇ ਰਹਿ ਕੇ ਮੈਂ ਉਹਦੀ ਗੱਲ ਕੇਵਲ ਸਾਂਝੀ ਕਰਦਾ ਵਾਂ। ਕਿਸੇ ਹੋਰ ਦੀ ਨੇ ਜੋ ਉੱਥੇ ਵਰਤੇ। ਦਸਤਾਰ ਦੇਣੀ ਸੀ, ਸਾਰੇ ਸਲਾਹ ਕਰਨ ਪੇ ਕਿਹਨੂੰ ਦਿੱਤੀ ਜਾਵੇ, ਤੋ ਕਿਸੇ ਇੱਕ ਬਾਰੇ ਸਾਰਿਆਂ ਦੀ ਰਾਏ ਇੱਕ ਨਹੀਂ ਸੀ ਬਣਦੀ। ਪਰ ਜਦੋਂ ਇਹਨਾਂ ਦਾ ਨਾਂ ਲਿਆ ਤੇ ਸਾਰੇ ਸਿੰਘਾਂ ਦੀ ਰਾਏ ਬਣ ਗਈ ਪਈ ਪ੍ਰਵਾਨ ਹੈ, ਕਿਸੇ ਨੇ ਕੋਈ ਉਸ ਗੱਲ 'ਤੇ ਉਟੰਕਨ ਨਹੀਂ ਕੀਤਾ। ਹਾਂ, ਕਈ ਵਾਰ ਈਰਖਾਵਸ ਕੁਝ ਲੋਕ ਹਮੇਸ਼ਾ ਹੀ ਕਰਦੇ ਆਏ, 2-4 ਕੋਈ ਹੋਣਗੇ ਉਹਨਾਂ ਦਾ ਉਹ ਵੀ ਸਮਾਂ ਪਾ ਕੇ ਨਾਲ ਮਿਲ ਚੁੱਕੇ ਸੀ। ਪਰ ਇਹ ਜਦੋਂ ਇਹਨਾਂ ਕੋਲ ਸੁਣਿਆ ਗਿਆ, ਇਹਨਾਂ ਨੇ ਹੱਥ ਜੋੜੇ ਸੀ, ਕਹਿਣ ਲੱਗੇ ਜੀ ਨਹੀਂ, ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ, ਬਹੁਤ ਵੱਡੀ ਸੇਵਾ, ਮੇਰੇ ਵਰਗੇ ਤੋਂ ਇਹ ਨਿਭਣੀ ਨਹੀਂ, ਤੁਸੀਂ ਮੈਨੂੰ ਮਾफ़ ਕਰੋ। ਸਿੰਘਾਂ ਨੂੰ ਇਹਨਾਂ ਨੇ ਮੋੜ ਦਿੱਤਾ। ਇੱਕ ਬਹੁਤ ਪਿਆਰ ਵਾਲੀ ਲਖੀਮਪੁਰ ਦੇ ਇਲਾਕੇ ਵਿੱਚ ਹੁਣ ਰਹਿ ਕੇ ਪਿੱਛੇ ਜੀ ਚੜ੍ਹਾਈ ਕੀਤੀ ਇੱਕ ਆਤਮਾ, ਉਹਨਾਂ ਦਾ ਨਾਮ ਵੀ ਜਰਨੈਲ ਸਿੰਘ ਸੀ। ਪਹਿਲਾਂ ਹਰਿਆਣੇ ਤੋਂ ਸੀ, ਕੁਰੂਕਸ਼ੇਤਰ ਦੇ ਕੋਲ ਪਿੰਡ। ਉਹਨਾਂ ਦਾ ਬਹੁਤ ਪਿਆਰ ਸੀ ਸੰਤਾਂ ਮਹਾਂਪੁਰਖਾਂ ਨਾਲ, ਵੱਡਿਆਂ ਨਾਲ। ਅਤੇ ਬਾਬਾ ਕਰਤਾਰ ਸਿੰਘ ਜੀ ਉਹਨਾਂ ਨੂੰ ਲੱਡੂ ਕਹਿੰਦੇ ਸੀ। ਉਹ ਮਿੱਠੇ ਬਹੁਤ ਸਨ, ਮਸਤ ਸਨ ਗੁਰੂ ਦੇ ਪਿਆਰ ਵਿੱਚ। ਜਿਹੜੀ ਖੀਵੀ ਹੋਈ ਆਤਮਾ, ਬਹੁਤ ਭੋਲੇ ਭਾਵ, ਜੇ ਵਾਜਾ ਪਕੜਨਾ ਇਕੱਲਿਆਂ ਨਹੀਂ ਸ਼ਬਦ ਪੜ੍ਹੀ ਜਾਣਾ, ਅੰਦਰੋਂ ਜਿਵੇਂ ਪਿਆਰ ਡੁੱਲ ਡੁੱਲ ਕੇ ਪੈਂਦਾ, ਭੋਲਾ ਭਾਵ ਜੋ ਸਤਿਗੁਰੂ ਜੀ ਨੂੰ ਚੰਗਾ ਲੱਗਦਾ ਹੈ। ਸੰਤ ਵੀ ਉਹਨਾਂ ਦਾ ਕਹਿਣਾ ਨਹੀਂ ਸੀ ਮੋੜਦੇ। ਉਹਨਾਂ ਨੂੰ ਕਿਹਾ ਵੀ ਜਰਨੈਲ ਸਿੰਘ ਤੂੰ ਜਾ, ਉਸ ਜਰਨੈਲ ਸਿੰਘ ਨੂੰ ਮਨਾ ਕੇ ਲਿਆ ਵੀ ਤੂੰ ਹਾਂ ਕਰ, ਇਹ ਸੇਵਾ ਦਈਏ। ਉਹਨਾਂ ਨੇ ਆਪ ਗੱਲ ਦੱਸੀ। ਬਾਪੂ ਜਰਨੈਲ ਸਿੰਘ ਹੋਰਾਂ ਨੇ ਅਜੇ ਥੋੜ੍ਹੇ ਜਿਹੇ ਸਾਲ ਹੋਏ ਨੇ ਜਦੋਂ ਸਰੀਰ ਉਹਨਾਂ ਨੇ ਛੱਡਿਆ ਹੁਣੇ। ਉਹ ਕਹਿਣ ਲੱਗੇ ਕਿਉਂਕਿ ਉਹਨਾਂ ਦੀ ਬਦੌਲਤ ਹੀ ਅਸੀਂ ਮਹਿਤੇ ਗਏ ਸਾਂ। ਜਿਨ੍ਹਾਂ ਦੀ ਮੈਂ ਗੱਲ ਕਰਨ ਲੱਗਾ, ਜਿਨ੍ਹਾਂ ਨੂੰ ਲੱਡੂ ਕਿਹਾ ਜਾਂਦਾ, ਬਾਪੂ ਜਰਨੈਲ ਸਿੰਘ ਜੀ, ਕਿਉਂਕਿ ਉਹ ਸਾਡੇ ਨਗਰ ਜਲਮਾਣਾ ਡਿਸਟ੍ਰਿਕਟ ਕਰਨਾਲ ਅੰਦਰ ਉਹ ਵਿਆਹੇ ਹੋਏ ਸਨ, ਸਾਡੇ ਫੁੱਫੜ ਦੀ ਜਗ੍ਹਾ 'ਤੇ ਉਹ ਲੱਗਦੇ ਸੀ। ਅਤੇ ਜਦੋਂ ਉਹਨਾਂ ਨੇ ਦੱਸੀ, ਕਹਿਣ ਲੱਗੇ ਗਏ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਲੰਮੇ ਪਏ ਨੇ। ਇਹਨਾਂ ਨੂੰ ਜਾ ਕੇ ਕਿਹਾ ਵੀ ਉੱਠੋ, ਤੁਹਾਨੂੰ ਸੇਵਾ ਮਿਲਦੀ ਹੈ, ਤੁਸੀਂ ਕਿਉਂ ਨਹੀਂ ਕਰਦੇ? ਉਹ ਕਹਿਣ ਲੱਗੇ ਤੈਨੂੰ ਪਤਾ ਨਹੀਂ ਵੀ ਇਹ ਕੰਮ ਛੋਟਾ ਨਹੀਂ, ਤੂੰ ਕਹਿੰਦਾ ਪੱਗ ਬੰਨ੍ਹ, ਇਹ ਪੱਗਾਂ ਬੰਨ੍ਹਣੀਆਂ ਸੌਖੀਆਂ ਨੇ, ਨਿਭਾਉਣੀਆਂ ਔਖੀਆਂ ਨੇ। ਇਹਨਾਂ ਦਾ ਸੁਭਾਅ ਸੀ ਪਿਆਰ 'ਚ ਭਿੱਜ ਕੇ ਕਹਿਣ ਲੱਗੇ ਚੁੱਪ ਕਰਕੇ ਉੱਠ, ਚੱਲ ਪੱਗ ਬੰਨ੍ਹ, ਤੇਰੀ ਪੱਗ ਏ, ਜਿਹਦੀ ਪੱਗ ਏ ਬਾਬਾ ਦੀਪ ਸਿੰਘ ਸਾਹਿਬ ਦੀ ਜਾਂ ਵੱਡਿਆਂ ਦੀ, ਉਹ ਜਾਣਨ ਤੇ ਉਹਨਾਂ ਦਾ ਕੰਮ ਜਾਣੇ। ਤੇਰਾ ਕੰਮ ਹੈ 7 ਬਚਨ ਕਹਿ ਕੇ ਖਲੋਣਾ। ਇਹੋ ਜਿਹੇ ਪਿਆਰ 'ਚ ਉਹਨਾਂ ਨੇ ਬੋਲ ਮਾਰੇ, ਤੁਰ ਪਏ ਅਤੇ ਉਹਨਾਂ ਨੇ ਇਹ ਸੇਵਾ ਪ੍ਰਾਰੰਭ ਕੀਤੀ ਸੀ। ਸਾਧ ਸੰਗਤ, ਇਸ ਟਕਸਾਲ ਦਾ ਮਨੋਰਥ ਕੀ ਹੈ? ਇਸ ਸੰਸਥਾ ਦਾ ਕੇਵਲ ਇੱਕੋ ਮਤਲਬ ਪਿੱਛੋਂ ਚੱਲਦਾ ਆ ਰਿਹਾ ਸੀ, ਖਾਸ ਕਰਕੇ ਬਾਬਾ ਸੁੰਦਰ ਸਿੰਘ ਸਾਹਿਬ ਜੀ ਤੋਂ। ਉਹੀ ਸੇਵਾ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਨੇ ਕੀਤੀ, ਉਹੀ ਸੇਵਾ ਬਾਬਾ ਕਰਤਾਰ ਸਿੰਘ ਜੀ ਹੋਰਾਂ ਨੇ, ਉਹੀ ਅੱਗੋਂ ਇਹਨਾਂ ਸੰਤਾਂ ਨੇ ਕੀਤੀ। ਕੀ ਸੇਵਾ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਬਾਣੀ ਦੇ ਅਰਥ ਕਰਨੇ, ਕਥਾ ਕਰਨੀ।
ਸੰਗਤ ਨੂੰ ਕਥਾ ਸੁਣਾਣੀ, ਅੰਮ੍ਰਿਤ ਸੰਚਾਰ ਕਰਨਾ, ਨਸ਼ਿਆਂ ਤੋਂ ਬਚਾਉਣਾ। ਗੁਰੂ ਕੇ ਪਿਆਰਿਓ, ਬਸ ਇੰਨਾ ਕੰਮ ਹੈ। ਕੋਈ ਆਦਮੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਈ ਨਿਰਾਦਰ ਕਰਦਾ, ਕੋਈ ਵਿਰੋਧ ਕਰਦਾ, ਤਾਂ ਉਹਨੂੰ ਸਮਝਾਉਣਾ ਹੈ ਸ਼ਾਂਤਮਈ ਢੰਗ ਨਾਲ, ਜਿਹੜਾ ਵੀ ਢੰਗ ਪਿਆਰ ਨਾਲ, ਤਾਂ ਕਿ ਉਹ ਉਸ ਚੀਜ਼ ਤੋਂ ਰੁਕ ਜਾਵੇ, ਬੁਰਾਈ ਤੋਂ। ਗੁਰੂ ਕੇ ਪਿਆਰਿਓ, ਬੇਅੰਤ ਸੰਗਤਾਂ ਨੇ ਜਦੋਂ ਬਾਬਾ ਸੁੰਦਰ ਸਿੰਘ ਸਾਹਿਬ ਜੀ ਪਾਸੋਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰੀਏ। ਬਾਬਾ ਸੁੰਦਰ ਸਿੰਘ ਸਾਹਿਬ ਨਾਲ ਇੱਕ ਵਾਰ ਉਹਨਾਂ ਨੇ 101 ਅਖੰਡ ਪਾਠ ਸਾਹਿਬ ਕਰਾਏ। ਉਦੋਂ ਇੱਕ ਪਾਠ ਕਰਾਉਣਾ ਵੀ ਔਖਾ ਲੱਗਦਾ ਸੀ, ਹਾਲਾਤ ਇਸ ਤਰ੍ਹਾਂ ਦੇ ਸਨ। ਪਿਆਰਿਓ, ਮਾਇਕ ਪੱਖੋਂ ਵੀ, ਹਾਲਾਤ ਪੱਖੋਂ 101 ਤੇ ਬਹੁਤ ਚਰਚਾ, ਬਹੁਤ ਸਾਰੇ ਸਾਧੂ ਮਹਾਂਪੁਰਖ ਬੁਲਾਏ ਉਹਨਾਂ ਨੇ। ਜਦੋਂ ਭੋਗ ਪੈਣਾ ਸੀ ਤੇ ਇੱਕੋ ਦਿਨ ਅੰਦਰ 1500 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਲਈ। ਜਿਹੜੇ ਪਹਿਲਾਂ ਵਿੱਚ ਵਿਚਾਲੇ ਅੰਮ੍ਰਿਤ ਸੰਚਾਰ ਹੋਏ ਉਹ ਵੱਖਰੇ ਸਨ। ਜਿੱਥੇ ਖਾਲਸਾ ਜੀ, ਖਾਲਸਾ ਸ਼ਬਦ ਜ਼ਿਆਦਾ ਜੁੜਦਾ ਏ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਨਾਲ, ਸਿੰਘ ਉਹਨਾਂ ਨੂੰ ਜ਼ਿਆਦਾ ਖਾਲਸਾ ਜੀ ਕਹਿ ਕੇ ਸੰਬੋਧਨ ਹੁੰਦੇ ਨੇ। ਜਦੋਂ ਉਹਨਾਂ ਨੇ ਬੇਅੰਤ ਸੰਗਤਾਂ ਨੂੰ ਅੰਮ੍ਰਿਤ ਛਕਾਇਆ, ਬੇਅੰਤ ਸੰਗਤਾਂ ਨੂੰ, ਪਰ ਜਦੋਂ ਬਾਬਾ ਬੁੱਢਾ ਸਾਹਿਬ ਦੀ ਬੀੜ ਸੰਤ ਬਾਬਾ ਕਰਤਾਰ ਸਿੰਘ ਖੁਰਾ ਨੇ ਜਦੋਂ ਮਹਾਰਾਜ ਜੀ ਦੇ ਗੁਣ ਗਾਏ, ਨੌਜਵਾਨਾਂ ਨੂੰ ਖਲੋਣਿਆ, ਤੇ ਇੱਕ ਵਾਰ 5000 ਪ੍ਰਾਣੀਆਂ ਨੇ, ਕਿਸੇ ਨੇ ਅੰਮ੍ਰਿਤ ਛਕਣ ਲਈ ਤੇ ਕਿਸੇ ਨੇ ਕੇਸ ਰੱਖਣ ਲਈ ਪ੍ਰਣ ਕੀਤਾ। ਪਰ ਸੁਭਾਵਕ ਹੀ ਅਸੀਂ ਉੱਥੇ ਨਾਲ ਸੀ। ਜਦੋਂ ਸੰਤ ਬਾਬਾ ਜਰਨੈਲ ਸਿੰਘ ਦੇ ਵਿਕਤ ਦੀ ਗੱਲ ਕਰਦੇ ਹਾਂ, ਉੱਥੇ ਜਦੋਂ ਇਹ ਲਹਿਰ ਥੋੜ੍ਹੀ ਚੱਲੀ, ਕੌਮ ਦੇ ਅੰਦਰ ਬਹੁਤ ਕਰੇਜ ਸੀ ਬਾਬਾ ਜਰਨੈਲ ਸਿੰਘ ਜੀ ਦੇ ਮੁਖ ਤੋਂ ਬਚਨ ਸੁਣਨ ਦੇ। ਜਦੋਂ ਉੱਥੇ ਜਾਣਾ ਸੀ ਤੇ ਬਹੁਤ ਵੱਡਾ ਇਕੱਠ ਸੀ। ਨੌਜਵਾਨਾਂ ਨੇ ਇੱਕ ਗੱਲ ਪਹੁੰਚਾਈ ਸੰਤਾਂ ਕੋਲ ਵੀ ਜੇ ਤੁਸੀਂ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਲੱਗੋ, ਅੰਮ੍ਰਿਤ ਸੰਚਾਰ ਵਿੱਚ, ਅਸੀਂ ਤਾਂ ਅੰਮ੍ਰਿਤ ਛਕਾਂਗੇ। ਉਹਨਾਂ ਨੇ ਆਪਣੀ ਸਪੀਚ ਵਿੱਚ ਕਿਹਾ, ਪੰਜ ਪਿਆਰਿਆਂ ਵਿੱਚ ਸਤਿਗੁਰੂ ਦੀ ਕਲਾ ਵਰਤਣੀ ਹੁੰਦੀ, ਕੋਈ ਵੀ ਲੱਗੇ, ਕਿਸੇ ਵਿਅਕਤੀ ਦੀ ਗੱਲ ਨਹੀਂ, ਪਰ ਜੇ ਸਾਡੇ ਲੱਗਿਆਂ ਤੁਸੀਂ ਸਿੱਖੀ 'ਚ ਆਉਂਦੇ ਹੋ ਤੇ ਅਸੀਂ ਜ਼ਰੂਰ ਸੇਵਾ ਕਰਾਂਗੇ। 3000 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਵਿਖੇ ਪ੍ਰਾਪਤ ਕੀਤੀ ਸੀ। ਉੱਥੇ ਅੰਮ੍ਰਿਤ ਸੰਚਾਰ ਹੋਇਆ ਸੀ। ਜਿੱਥੇ ਗੁਰੂ ਕੇ ਪਿਆਰਿਓ ਲੰਗਰ ਸਾਹਿਬ, ਜਿੱਥੇ ਲੰਗਰ ਛਕਾਇਆ ਜਾਂਦਾ, ਉਹ ਸਾਈਡ 'ਤੇ ਸੀ। ਸੰਸਥਾ ਦਾ ਟਕਸਾਲ ਦਾ ਮਤਲਬ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਾਉਣੀ। ਜਿਹੜੇ ਉੱਥੇ ਸਿੰਘ ਰਹਿੰਦੇ ਨੇ, ਉਹਨਾਂ ਦੀ ਡਿਊਟੀ ਸੀ ਸੰਥਿਆ ਕਰੋ ਗੁਰਬਾਣੀ ਦੀ। ਫਿਰ ਉਸ ਤੋਂ ਇਲਾਵਾ ਵੱਧ ਤੋਂ ਵੱਧ ਗੁਰਬਾਣੀ ਦਾ ਅਭਿਆਸ ਕਰਕੇ ਆਪਣਾ ਜੀਵਨ ਉੱਚਾ ਕਰੋ। ਕਾਹਦੇ ਲਈ? ਜਿਹਦੇ ਲਈ ਇਹ ਜ਼ਿੰਦਗੀ ਮਿਲੀ ਹੈ। ਡੇਰੇ ਬਣਾਉਣ ਲਈ ਨਹੀਂ, ਜ਼ਿੰਦਗੀਆਂ ਬਣਾਈਆਂ ਜਾਂਦੀਆਂ ਸਨ। ਬਾਬਾ ਸੁੰਦਰ ਸਿੰਘ ਸਾਹਿਬ ਹੋਰਾਂ ਦਾ ਤੇ ਹੁਕਮ ਸੀ, ਜਿਨ੍ਹਾਂ ਨੇ ਸਾਡੇ ਨਾਲ ਰਹਿਣਾ। ਪਹਿਲੋਂ ਇਕੱਲੇ ਪ੍ਰਚਾਰ ਕਰਨ ਜਾਂਦੇ ਸੀ, ਫਿਰ ਕੁਝ ਸਮੇਂ ਬਾਅਦ 10-12 ਸਿੰਘ ਉਹਨਾਂ ਰੱਖਣੇ ਸ਼ੁਰੂ ਕੀਤੇ। ਬਾਬਾ ਗੁਰਬਚਨ ਸਿੰਘ ਸਾਹਿਬ ਨਾਲ ਜ਼ਿਆਦਾ ਹੋ ਗਏ ਸਿੰਘ। ਹੌਲੀ ਹੌਲੀ ਬਾਬਾ ਸੁੰਦਰ ਸਿੰਘ ਹੋਰਾਂ ਦਾ ਹੁਕਮ ਸੀ ਵੀ ਜਿਹਨਾਂ ਸਾਡੇ ਨਾਲ ਰਹਿਣਾ ਹੈ, ਆਪਣੇ ਨਿਤਨੇਮ ਤੋਂ ਇਲਾਵਾ 25 ਜਪਜੀ ਸਾਹਿਬ ਦੇ ਪਾਠ ਹੋਰ ਕਰਨੇ ਪੈਣਗੇ। ਜੇ 25 ਜਪਜੀ ਸਾਹਿਬ ਦੇ ਨਹੀਂ ਪਾਠ ਕਰਨੇ ਤਾਂ 5 ਗ੍ਰੰਥੀ ਦਾ ਨਿਤਨੇਮ ਕਰਨਾ ਪਵੇਗਾ। ਜੇ ਉਹ ਨਹੀਂ ਹੁੰਦਾ ਤੇ 33 ਮੂਲ ਮੰਤਰ ਦੀਆਂ ਮਾਲਾ ਨਾਨਕ ਹੋਸੀ ਵੀ ਸੱਚ ਤੱਕ ਕੀਤੀਆਂ ਜਾਣ। ਜੇ ਕੋਈ ਉਹ ਨਹੀਂ ਕਰਦਾ ਤੇ 25,000 ਵਾਰੀ ਗੁਰਮੰਤਰ ਦਾ ਜਾਪ ਹਰ ਰੋਜ਼ ਕੀਤਾ ਜਾਵੇ। ਇਹਨਾਂ ਗੱਲਾਂ ਤੋਂ ਕੀ ਮਿਲਦਾ ਗੁਰੂ ਕੇ ਪਿਆਰਿਓ? ਭਈ ਵੱਧ ਤੋਂ ਵੱਧ ਗੁਰਬਾਣੀ ਪੜ੍ਹ। ਜਿਹਦਾ ਆਪਣਾ ਜੀਵਨ ਹੈ ਉਹ ਫਿਰ ਵੱਖ-ਵੱਖ ਗੁਰੂ ਘਰਾਂ 'ਚ ਜਾ ਕੇ ਚਾਹੇ ਉਹ ਗ੍ਰੰਥੀ ਦੀ ਸੇਵਾ ਕਰੇ, ਚਾਹੇ ਉਹ ਪ੍ਰਚਾਰ ਕਰੇ, ਉਹ ਜਿਹੜਾ ਜੀਵਨ ਵਾਲਾ ਬੋਲੇਗਾ ਉਹਦਾ ਅਸਰ ਹੀ ਕੁਝ ਹੋਰ ਹੋਏਗਾ। ਕਿਉਂਕਿ ਜੀਵਨ ਜੇ ਨਹੀਂ ਤੇ ਇਕੱਲੇ ਅਲਫਾਜ਼ ਵਿਦਵਾਨਾਂ ਕੋਲੋਂ ਸਿੱਖ ਕੇ ਬੋਲ ਲੈਣੇ, ਉਹਦੇ ਨਾਲ ਕਿਸੇ ਦੂਸਰੇ ਦਾ ਜਾਂ ਆਪਣਾ ਭਲਾ ਨਹੀਂ ਹੁੰਦਾ। ਭਲਾ ਕਰਨ ਲਈ ਗੁਰੂ ਕੇ ਪਿਆਰਿਓ ਇਹ ਸੀ ਭਈ ਉਹਨਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਪੜ੍ਹਾਈ ਜਾਣੀ। ਹਾਂ, ਇਸ ਤੋਂ ਕੋਈ ਵੱਧ ਕਰੇ ਇਹ ਉਹਨਾਂ ਦੀ ਮਰਜ਼ੀ ਹੈ। ਬਾਬਾ ਸੁੰਦਰ ਸਿੰਘ ਹੋਰਾਂ ਨੇ ਬਾਬਾ ਗੁਰਬਚਨ ਸਿੰਘ ਜੀ ਹੋਰਾਂ ਪਾਸੋਂ ਵੀ ਇਹ ਉਦੋਂ ਕੋਲ ਸਨ। ਜਦੋਂ ਪਿੰਡਰੀ ਉਹਨਾਂ ਨੇ ਇੱਕ ਵਾਰ 40 ਦਿਨਾਂ 'ਚ ਸਿੰਘਾਂ ਨੂੰ ਲਾ ਕੇ ਉਹਨਾਂ ਨੇ
ਤੇ 1.25 ਜਪਜੀ ਸਾਹਿਬ ਦੇ ਪਾਠ ਕਰਵਾਉਣੇ ਸ਼ੁਰੂ ਕੀਤੇ ਸੀ। ਕਿਉਂ? ਕਿਉਂਕਿ ਬਾਣੀ ਨੂੰ ਅੰਦਰ ਵਸਾਉਣਾ ਇੰਨਾ ਸੌਖਾ ਨਹੀਂ ਹੁੰਦਾ। ਬਾਣੀ ਨੂੰ ਅੰਦਰ ਵਸਾਉਣ ਲਈ ਬਾਰੰਬਾਰ ਬਾਰ ਪ੍ਰਭ ਜਪੀਐ ਗਿਣਤੀ। ਕਈ ਵਾਰ ਕੁਛ ਵੀਰ ਇਸ ਗੱਲ 'ਤੇ ਤਰਕ ਵੀ ਕਰਦੇ ਖਾਣ, ਗਿਣਤੀਆਂ ਮਿੰਤੀਆਂ ਨਹੀਂ ਕਰਨਾ ਚਾਹੀਦੀਆਂ। ਕੋਈ ਬੁੱਲੇ ਸ਼ਾਹ ਦੀ ਕਾਫੀ ਸੁਣਾ ਦੇਗਾ ਵੀ ਮਾਲਾ ਚੁੱਕ ਤੇ ਪਰੇ ਮਾਰ। ਪਿਆਰਿਓ, ਇਹ ਸਾਰੀਆਂ ਕਾਹਲੇਪਨ ਦੀਆਂ ਅਣਜਾਣਪੁਣੇ ਦੀਆਂ ਨਿਸ਼ਾਨੀਆਂ ਨੇ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਗੱਲ ਗਿਣਤੀ ਦੀ ਨਹੀਂ, ਪਰ ਗਿਣਤੀ ਤੋਂ ਬਗੈਰ ਕਦੇ ਵੀ ਬੰਦਾ ਕਿਸੇ ਮੰਜ਼ਿਲ ਤੱਕ ਪਹੁੰਚ ਨਹੀਂ ਸਕਦਾ। ਦੁਨੀਆ ਦਾ ਤੁਸੀਂ ਕੋਈ ਕੰਮ ਕਰਦੇ ਹੋ, ਪਹਿਲਾਂ ਉਹਦਾ ਟਾਈਮ ਫਿਕਸ ਕਰਦੇ ਹੋ, ਉਹਨੇ ਕੰਮ ਦੇ ਅਧਿਕਾਰ ਪਈ ਕਿੰਨਾ ਟਾਈਮ ਕਰਨਾ, ਕਿੰਨਾ ਚਾਹੀਦਾ ਹੈ, ਉਹਨੂੰ ਕਰਕੇ। ਇਸੇ ਤਰ੍ਹਾਂ ਜਦੋਂ ਅੰਦਰ ਦੀ ਦੁਨੀਆ 'ਚ ਜਾਣਾ ਹੋਵੇ, ਸਾਨੂੰ ਕਵੇਂ 5 ਬਾਣੀਆਂ, ਕੱਲ੍ਹ ਨੂੰ ਕੋਈ ਕਹੇਗਾ 5 ਹੀ ਕਿਉਂ ਕੀਤੀਆਂ, ਗਿਣਤੀ ਕਿਉਂ? ਇਹ ਕਿਉਂ ਨਹੀਂ ਪਈ ਕੋਈ 10 ਪੜ੍ਹ ਲੈ, ਕੋਈ 2 ਵਾਰ ਕਿਸੇ ਨੇ ਇੱਕ ਵੀ ਨਹੀਂ ਸੀ ਪੜ੍ਹਨੀ। 5 ਕਿਹਾ ਹੈ ਵੀ ਘੱਟੋ ਘੱਟ 5, 10 ਕਰੇ ਕੋਈ 20 ਕਰੇ। ਇਸ ਮਨ ਨੂੰ ਪਕੜਨ ਲਈ, ਮਨ ਨੂੰ ਮਹਾਰਾਜ ਨਾਲ ਜੋੜਨ ਲਈ ਬੜੇ ਤਰੀਕੇ ਅਪਣਾਉਣੇ ਪੈਂਦੇ ਨੇ। ਪਹਿਲਾਂ ਮਾਲਾ ਤੋਂ ਸ਼ੁਰੂ ਕਰੋ, ਚਾਹੇ ਗਿਣਤੀਆਂ ਤੋਂ ਸ਼ੁਰੂ ਕੀਤਾ ਜਾਵੇ। ਪਰ ਉਹ ਜਿਹੜੇ ਕਰਨਾ ਜਾਣਦੇ ਨੇ ਉਹਨਾਂ ਦੇ ਤੇ ਸਵਾਲ ਹੀ ਨਹੀਂ ਹੈਗੇ। ਸਵਾਲ ਇਹ ਉਹ ਲੋਕ ਉਠਾਉਂਦੇ ਨੇ ਜਿਨ੍ਹਾਂ ਨੇ ਕਦੇ ਇਸ ਰਸਤੇ 'ਤੇ ਤੁਰਨਾ ਨਹੀਂ ਤੇ ਤੁਰਨਾ ਨਹੀਂ ਚਾਹੁੰਦੇ। ਉਹ ਤੁਰਨ ਤੋਂ ਬਗੈਰ ਚਾਹੁੰਦੇ ਨੇ ਸਾਡੇ ਨਾਲ ਇਹ ਚੀਜ਼ ਜੁੜ ਜਾਵੇ ਵੀ ਅਸੀਂ ਪੱਕੇ ਸਿੱਖ ਹਾਂ। ਇਹ ਤਾਂ ਸੱਜਣੋ ਉੱਥੇ ਪਤਾ ਲੱਗਣਾ, ਕੱਚ ਪਕਾਈ ਉੱਥੇ ਪਾਏ ਨਾਨਕ ਕਹਿਆ, ਜਾਪੈ ਜੈ ਕੌਣ ਕੱਚਾ ਤੇ ਕੌਣ ਪੱਕਾ ਹੈ। ਸਾਡੇ ਕਹਿਣ ਨਾਲ ਤੇ ਨਹੀਂ ਹੋਣੀ, ਆਪੇ ਮੀਆਂ ਮਿੱਠੂ ਤੇ ਹਰ ਕੋਈ ਬਣ ਜਾਏਗਾ। ਮੈਂ ਹੀ ਕਹਾਂਗਾ ਮੈਂ ਪੱਕਾ ਸਿੱਖ ਹਾਂ, ਦੂਜਾ ਕਵੇਗਾ ਨਹੀਂ, ਕਦੇ ਵੀ ਨਹੀਂ। ਤੂੰ ਪਾਠ ਜਦੋਂ ਕਰਾਏ ਜਾਂਦੇ, ਬਾਣੀ ਅੰਦਰ ਵੱਸਦੀ ਏ, ਅੰਦਰ ਵਸੇ। ਉਸੇ ਦਰਮਿਆਨ ਹੀ ਇਸ ਬਾਣੀ ਦੀ ਕਰਾਮਾਤਾਂ ਦੀ ਇੱਕ ਨਿੱਕੀ ਜਿਹੀ ਗੱਲ ਵਿਚਾਰੋ। ਕਿਉਂ ਬਾਰ-ਬਾਰ ਇਹ ਬਾਣੀ ਪੜ੍ਹਾਈ ਜਾਂਦੀ ਏ? ਤਾਂ ਕਿ ਅੰਦਰ ਵਸ ਜਾਏ। ਸੰਤ ਬਾਬਾ ਗੁਰਬਚਨ ਸਿੰਘ ਜੀ ਇੱਕ ਦਿਨ ਕਹਿਣ ਲੱਗੇ ਬਾਬਾ ਸੁੰਦਰ ਸਿੰਘ ਸਾਹਿਬ ਜੀ ਨੂੰ, ਜੀ ਅੱਜ ਕਮਾਲ ਦੀ ਗੱਲ ਏ, ਜਦੋਂ ਸਾਡੇ ਅੰਦਰ ਫੁਰਨਾ ਆਇਆ ਕੇਤੇ ਕਾਨ ਮਖੇਸ਼, ਬਈ ਨਾਲੇ ਕਹਿੰਦੇ ਇੱਕੋ ਹੀ ਸ਼ਿਵ ਜੀ ਮਹਾਰਾਜ, ਕਹਿੰਦੇ ਕਈ ਨੇ ਸੱਚੀ ਮੁੱਚੀ ਨੇ, ਕਈ ਬ੍ਰਹਮਾ ਨੇ। ਜਦੋਂ ਹੀ ਫੁਰਨਾ ਆਇਆ ਤੇ ਨਿਰੰਕਾਰ ਨੇ ਸੁਰਤੀ ਨਾਲ ਕਈ ਮਖੇਸ਼ ਤੇ ਬ੍ਰਹਮਾ ਦੇ ਦੀਦਾਰ ਕਰਵਾ ਦਿੱਤੇ। ਉਹਦਾ ਕਾਰਨ, ਜਦੋਂ ਅੰਦਰ ਉਹਦੇ ਨੇੜੇ ਖੋਏਗਾ, ਉਦੋਂ ਫੁਰਨਾ ਜੋ ਵੀ ਕਰਾਂਗੇ ਨਾ, ਉਹ ਫੁਰਨਾ ਉਸੇ ਵਕਤ ਪੂਰਾ ਹੁੰਦਾ। ਤਾਂ ਹੀ ਜਪਣ ਵਾਲਿਆਂ ਨੂੰ ਸੋਚਣ ਤੋਂ ਪਹਿਲਾਂ, ਬੋਲਣ ਤੋਂ ਪਹਿਲਾਂ ਬਹੁਤ ਅੰਦਰੋਂ ਪੁੱਛਣਾ ਪੈਂਦਾ, ਸੋਚਣਾ ਪੈਂਦਾ, ਵਿਚਾਰਨਾ ਪੈਂਦਾ ਹੈ। ਗੱਲ ਚੱਲੀ ਤੇ ਮੈਂ ਬੇਨਤੀ ਕਰਾਂ, ਜੇ ਛੜੀਆਂ ਨੇ ਬਾਤਾਂ, ਕਿਉਂਕਿ ਉਸ ਅਸਥਾਨ ਨਾਲ ਪਿਆਰ ਅੰਤਾਂ ਦਾ, ਤੇ ਹਮੇਸ਼ਾ ਉੱਥੇ ਸਿਰ ਝੁਕਿਆ ਰਹੇਗਾ। ਇੱਕ ਮੈਂ ਬੇਨਤੀ, ਕਿਉਂ ਖਿਆਲ ਅੰਦਰ ਮਹਾਰਾਜ ਜੀ ਪਾਈ ਜਾ ਰਹੇ ਸਨ। ਪਿਆਰਿਓ, ਕੁਝ ਸਮਾਂ ਵਿਦਿਆ 77 ਤੋਂ ਲੈ ਕੇ 81 ਕੁ ਤੱਕ ਮਹਾਰਾਜ ਜੀ ਨੇ ਉੱਥੇ ਰੱਖਿਆ ਸੰਤਾਂ ਨਾਲ। ਫਿਰ ਉਹਨਾਂ ਸਿੰਘਾਂ ਨੇ ਕਿਹਾ ਭਈ ਤੁਸੀਂ ਕੁਝ ਪੜ੍ਹ ਲਿਖ ਕੇ ਸੇਵਾ ਕਰੋ। ਉਹਨਾਂ ਦੀ ਬਦੌਲਤ ਹੀ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਭਲਿਆਣ ਰੋਪੜ ਵਿਖੇ ਗਏ ਸਾਂ। ਉੱਥੇ ਅਤੀ ਸਤਿਕਾਰਯੋਗ ਸਾਨੂੰ ਪੜ੍ਹਾਉਣ ਵਾਲੇ, ਕਥਾ ਦੀ ਵਿੱਦਿਆ ਦੇਣ ਵਾਲੇ ਸਤਿਕਾਰਯੋਗ ਪ੍ਰੋਫੈਸਰ ਬਲਜੀਤ ਸਿੰਘ ਸਾਹਿਬ ਅਤੇ ਪ੍ਰਿੰਸੀਪਲ ਜਸਬੀਰ ਸਿੰਘ ਜੀ ਕੰਧਾਰੀ ਸਨ। ਜਦੋਂ ਵੀ ਅੱਜ ਤੱਕ ਇਹੋ ਜਿਹੀ ਸਿੱਖਿਆ ਵੱਡਿਆਂ ਨੇ ਦਿੱਤੀ ਹੈ, ਜਿਹੜੇ ਉਸਤਾਦਾਂ ਕੋਲੋਂ ਕੁਝ ਵੀ ਸਿੱਖੋ, ਹਮੇਸ਼ਾ ਉਹਨਾਂ ਦੇ ਪੈਰੀਂ ਹੱਥ ਲਾਓ ਅਤੇ ਅੰਦਰੋਂ ਅਦਬ ਕਰੋ। ਦੁਨੀਆ ਲਈ ਕੁਝ ਵੀ ਖੋਵੇ, ਮਿਸ਼ਨਰੀ ਕਾਲਜ ਟਕਸਾਲ ਦਮਦਮੀ ਜੋ ਹੈ, ਜੋ ਸਾਡੇ ਲਈ ਸਤਿਕਾਰ ਉਸਤਾਦਾਂ ਲਈ, ਉਹ ਹਮੇਸ਼ਾ ਅੰਦਰ ਬਣਿਆ ਤੇ ਮਹਾਰਾਜ ਜੀ ਬਣਾਈ ਰੱਖਣ। ਬੰਦੇ ਮਾੜੇ ਚੰਗੇ ਹੋਣਗੇ, ਪਰ ਜਿਸ ਅਸਥਾਨ ਤੋਂ ਸਤਿਗੁਰੂ ਦੇ ਘਰ ਨਾਲ ਕੋਈ ਜੋੜੇ, ਸਾਹਿਬ ਕਹਿੰਦੇ ਸਦਾ ਹੀ ਅਦਬ ਸਤਿਕਾਰ ਰੱਖੋ ਉਹਨਾਂ ਦਾ। ਜੁੜਨ ਵਾਲਿਆਂ ਦੀ ਤੇ ਕਹਾਣੀ ਸਾਹਿਬ ਇੱਥੋਂ ਤੱਕ ਕਹਿੰਦੇ ਨੇ, ਤੈ ਸਾਹਿਬ ਕੀ ਬਾਜ ਆਖੇ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਕੋਈ ਜੋੜੇ ਨਾ, ਉਹਦੇ ਬੈਠਣ ਲਈ ਆਪਣਾ ਸੀਸ ਵੱਢ ਕੇ ਉਹਦੇ ਥੱਲੇ ਰੱਖ, ਬਗੈਰ ਸਿਰ ਤੋਂ ਸੇਵਾ ਕਰ। ਮਤਲਬ
ਆਪਣੀ ਮਰਜ਼ੀ ਨਹੀਂ ਖੋਣ ਉਹਦਾ ਹੁਕਮ। ਖੈਰ ਗੱਲ ਚੱਲੀ ਸੀ ਫੁਰਨੇ ਦੀ ਕੁਰਬਾਨੀ ਅੰਦਰ ਵਸਾਉਣ ਦੀ। ਐਸਾ ਹੀ ਹੋਇਆ, ਬਾਬਾ ਨਾ ਸੰਤ ਬਾਬਾ ਸੁੰਦਰ ਸਿੰਘ ਜੀ ਅਤੇ ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਕੋਲ ਬੈਠੇ ਸਨ। ਉਹ ਮਿਲ ਰਹੇ। ਬਾਬਾ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ ਜੀ ਸਨ। ਇਹਨਾਂ ਦੇ ਅੰਦਰ ਫੁਰਨਾ ਉੱਠਿਆ ਵੀ ਮੈਂ ਇਹ ਸੰਤਾਂ ਨੂੰ ਪੁੱਛਣਾ ਏ ਭਈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹੋਣ ਅਤੇ ਮੈਨੂੰ ਕੀ ਕਰਨਾ ਚਾਹੀਦਾ, ਮੈਨੂੰ ਵੀ ਕਰਾਓ। ਇਹਨਾਂ ਨੇ ਬੋਲ ਕੇ ਨਹੀਂ ਕਿਹਾ, ਅੰਦਰ ਸੀ ਖਿਆਲ। ਅਤੇ ਬਾਬਾ ਸੁੰਦਰ ਸਿੰਘ ਜੀ ਨੇ ਇੱਕਦਮ, ਮਸਤੂਆਣੇ ਵਾਲੇ ਵੀ ਨਾਲ ਬੈਠੇ ਨੇ ਪਿਆਰਿਓ, ਬਾਬਾ ਗੁਰਬਚਨ ਸਿੰਘ ਜੀ ਜੇ ਬੋਲਣ ਲੱਗੇ ਸੀ ਉਸ ਤੋਂ ਪਹਿਲਾਂ ਹੀ ਉਹਨਾਂ ਬਾਬਾ ਸੁੰਦਰ ਸਿੰਘ ਜੀ ਨੇ ਝਿੜਕਿਆ। ਕਹਿਣ ਲੱਗੇ ਨਹੀਂ ਖਾਲਸਾ ਜੀ, ਇਸ ਤਰ੍ਹਾਂ ਫੁਰਨਾ ਨਹੀਂ ਕਰੀਦਾ। ਜਦੋਂ ਸਤਿਗੁਰੂ ਜੀ ਨੂੰ ਭਾਵੇਗਾ ਉਹ ਆਪ ਦਰਸ਼ਨ ਕਰਾਵੇਗਾ, ਅਭਿਆਸ ਕਰਿਆ ਕਰੋ। ਅਜੇ ਕਿ ਬਾਬਾ ਅਤਰ ਸਿੰਘ ਜੀ ਨੇ ਕਿਹਾ ਪੁੱਛ ਲੈਣ ਦਿਓ, ਕੋਈ ਨਹੀਂ। ਕਹਿੰਦੇ ਨਹੀਂ, ਇਹ ਚਾਹੁੰਦਾ ਸੀ ਕਲਗੀਆਂ ਵਾਲੇ ਦੇ ਦਰਸ਼ਨਾਂ ਬਾਰੇ ਪੁੱਛਣਾ, ਅੰਦਰ ਦੀਆਂ ਜਾਣਨੀਆਂ। ਜਦੋਂ 1978 ਵਿੱਚ ਪਿਆਰਿਓ ਨਕਲੀ ਨਿਰੰਕਾਰੀ ਕਾਂਡ ਜਿਹਨੂੰ ਕਹਿੰਦੇ ਨੇ, ਉਦੋਂ ਦਾਸ ਉੱਥੇ ਸਨ, ਨਾਲ ਸਨ। ਜਦੋਂ ਅੰਮ੍ਰਿਤਸਰ ਸਾਹਿਬ ਇਹ ਘਟਨਾ ਵਾਪਰੀ ਮੰਦਭਾਗੀ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਤਿਕਾਰ ਵਿੱਚ ਸੰਸਥਾ ਤੁਰੀ, ਪਰ ਉਦੋਂ ਨਿਰੰਕਾਰੀਆਂ ਵੱਲੋਂ ਦਿੱਲੀ ਨੂੰ ਛੱਡ ਕੇ ਅੰਮ੍ਰਿਤਸਰ ਆ ਕੇ ਜਲੂਸ ਕੱਢਿਆ, ਮਹਾਰਾਜ ਜੀ ਨੂੰ ਨੀਵੀਂ ਜਗ੍ਹਾ ਰੱਖਿਆ। ਤਾਂ ਇੱਕਦਮ ਸੰਤਾਂ ਨੂੰ ਪਤਾ ਲੱਗਾ। ਮੰਜੀ ਸਾਹਿਬ ਦੀਵਾਨ ਵਾਲ ਸਟੇਜ 'ਤੇ ਗਏ, ਜਾ ਕੇ ਬਾਬਾ ਜਰਨੈਲ ਸਿੰਘ ਹੋਰਾਂ ਨੇ ਕੌਮ ਦੇ ਲੀਡਰਾਂ ਨੂੰ ਸੱਦਿਆ ਵੀ ਆਓ, ਸਾਡੇ ਹੀ ਬਾਪ ਦਾ ਕੋਈ ਨਿਰਾਦਰ ਕਰੇ ਅਤੇ ਅੰਮ੍ਰਿਤਸਰ ਨਗਰੀ 'ਚ ਕਰੇ, ਬਹੁਤ ਮਾੜੀ ਗੱਲ, ਕੁਛ ਕਰੋ, ਰੋਕਣਾ ਚਾਹੀਦਾ। ਮਸ਼ਵਰਾ ਹੋਇਆ ਵੀ ਤੁਸੀਂ ਨਹੀਂ ਜਾਣਾ, ਭੇਜਾਂਗੇ ਸਿੰਘਾਂ ਨੂੰ ਜਿਹੜੇ ਸ਼ਾਂਤਮਈ ਢੰਗ ਨਾਲ ਜਾਣ ਅਤੇ ਜਿੱਥੇ ਸਮਾਗਮ ਹੋ ਰਿਹਾ ਉਹਨਾਂ ਨੂੰ ਬੰਦ ਕਰਾਇਆ ਜਾਵੇ। ਇਸੇ ਤਰ੍ਹਾਂ ਹੋਇਆ ਸੀ। ਅਗਲਿਆਂ ਦੀ ਤਿਆਰੀ ਸੀ, ਉਹਨਾਂ ਨੇ ਤੇਜ਼ਾਬ ਦੀਆਂ ਬੋਤਲਾਂ, ਉਹਨਾਂ ਨੇ ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਟੋਕੇ, ਕਿਰਪਾਨਾਂ ਨਾਲ ਵੱਢ ਟੁੱਕ ਬਹੁਤ ਕੀਤੇ। 13 ਸਿੰਘ ਸ਼ਹੀਦ ਹੋਏ ਸਨ। ਉਦੋਂ ਜਦੋਂ ਸ਼ਹੀਦ ਹੋਏ ਅਤੇ ਮਹਿਤੇ ਗੁਰੂ ਕੇ ਪਿਆਰਿਓ ਨਹੀਂ ਅੰਮ੍ਰਿਤਸਰ ਜੱਥਾ ਰਿਹਾ 2 ਮਹੀਨੇ। 2 ਮਹੀਨੇ ਤੋਂ ਬਾਅਦ ਜਦੋਂ ਮਹਿਤੇ ਆਏ ਅਤੇ ਸੰਤ ਜਰਨੈਲ ਸਿੰਘ ਹੋਰਾਂ ਨੇ ਸਾਰੇ ਸਿੰਘਾਂ ਨੂੰ ਇਕੱਠਾ ਕੀਤਾ। ਕਿਉਂਕਿ ਮੈਂ ਗੱਲ ਕਰ ਰਿਹਾ ਵਾਂ ਭਈ ਕੇਵਲ ਇਹ ਸੰਸਥਾ ਦਾ ਮਤਲਬ ਸੀ ਜ਼ਿੰਦਗੀਆਂ ਘੜਨੀਆਂ, ਬਾਣੀ ਅੰਦਰ ਵਸੇ ਸਿੰਘਾਂ ਦੇ, ਬਾਣੀ ਵਸੇਗੀ ਅਤੇ ਕਿਸੇ ਹੋਰ ਦੇ ਅੰਦਰ ਵਸਾਉਣ, ਖੁਦ ਅੰਮ੍ਰਿਤ ਛਕਣ ਅਤੇ ਦੂਸਰਿਆਂ ਨੂੰ ਅੰਮ੍ਰਿਤ ਦੇ ਬਾਟੇ ਛਕਣ ਲਈ ਪ੍ਰੇਰਨਾ ਕਰਨ, ਇਹ ਮਨੋਰਥ ਸੀ। ਹੋਇਆ ਕਿ ਜਦੋਂ ਗਏ ਅਤੇ ਮਹੀਨੇ ਬਾਅਦ ਨਾ ਸੰਤ ਹਮੇਸ਼ਾ ਮਰਿਆਦਾ ਸੀ, ਜਿਹੜੇ ਜਥਾ ਪੂਰਾ ਰਹਿੰਦਾ, ਬਾਹਰਲੇ ਕਿਸੇ ਵੀ ਓਪਰੇ ਬੰਦੇ ਨੂੰ ਅੰਦਰ ਨਹੀਂ ਆਉਣ ਦਿੰਦੇ। ਉੱਥੇ ਬੈਠ ਕੇ ਸਾਰੀ ਮਰਿਆਦਾ ਸਮਝਾਉਂਦੇ ਭਈ ਆਪਾਂ ਨੇ ਜਦੋਂ ਜਥੇ 'ਚ ਰਹਿਣਾ ਏ, ਉੱਠਣਾ ਏ, ਬਾਹਰੋਂ ਸੁਚਮਤਾ ਕਿਵੇਂ ਰੱਖਣੀ ਏ, ਨਿਤਨੇਮ ਕਿਵੇਂ ਵੱਧ ਤੋਂ ਵੱਧ ਕਰਨਾ ਏ, ਖਾਣ ਪੀਣ ਦਾ ਪਰਹੇਜ਼, ਇੱਥੋਂ ਤੱਕ ਸਾਨੂੰ ਹੁਕਮ ਸੀ। ਜਿਹੜੇ ਘਰਾਂ ਵਿੱਚ, ਇਹ ਵੀ ਮੈਂ ਗੱਲ ਸਪਸ਼ਟ ਥੋੜ੍ਹੀ ਕਰਨਾ ਚਾਹੁੰਦਾ ਵਾਂ, ਸੰਤ ਬਾਬਾ ਸੁੰਦਰ ਸਿੰਘ ਜੀ ਸਨ, ਜਦੋਂ ਕਥਾ ਕਰਦੇ ਇੱਕੋ ਜਗ੍ਹਾ ਤੇ 2-2 ਸਾਲ ਵੀ ਲੰਘ ਗਏ। ਬਾਬਾ ਗੁਰਬਚਨ ਸਿੰਘ ਜੀ ਹੋਰਾਂ ਵੇਲੇ ਵੀ ਇਸ ਤਰ੍ਹਾਂ ਹੋਇਆ ਕੁਛ। ਫਿਰ ਜਦੋਂ ਮੰਗ ਵੱਧ ਗਈ, ਜ਼ਿਆਦਾ ਜਗ੍ਹਾ 'ਤੇ ਜਾਣਾ ਪੈਂਦਾ ਸੀ। ਸੰਤ ਬਾਬਾ ਕਰਤਾਰ ਸਿੰਘ ਜੀ ਵੇਲੇ ਹਫ਼ਤਿਆਂ ਦੇ ਕੱਲ ਆ ਗਏ। ਉਸ ਤੋਂ ਬਾਅਦ ਬਾਬਾ ਜਰਨੈਲ ਸਿੰਘ ਜੀ ਵੇਲੇ ਕਿਸੇ ਪਿੰਡ 3 ਦਿਨ, ਕਿਸੇ ਜਗ੍ਹਾ 4 ਅਤੇ ਕਿਸੇ 5 ਦਿਨ ਦੀਵਾਨ ਕਰਦੇ ਕਰਦੇ ਸਾਰੇ ਹਿੰਦੁਸਤਾਨ ਵਿੱਚ ਚੱਕਰ ਲਾਇਆ ਜਾਂਦਾ ਸੀ। 2 ਕੰਮ ਹੁੰਦੇ, ਇੱਕ ਪਾਸੇ ਸੰਸਥਾ ਦੇ ਵਿਦਿਆਰਥੀ ਪੜ੍ਹਦੇ ਸਨ, ਦੂਜੇ ਪਾਸੇ ਉਸ ਇਲਾਕੇ ਵਿੱਚ ਅੰਮ੍ਰਿਤ ਸੰਚਾਰ ਅਤੇ ਗੁਰਬਾਣੀ ਦਾ ਪ੍ਰਚਾਰ ਹੁੰਦਾ ਸੀ। ਜਦੋਂ ਉਹ ਕਰਦੇ ਸੀ ਅਤੇ ਦੱਸਣਾ ਹੁੰਦਾ ਸੀ ਵੀ ਕਿਵੇਂ ਰਹਿਣਾ ਬਾਹਰ ਜਾ ਕੇ, ਕਿੰਨੀਆਂ ਪਾਬੰਦੀਆਂ ਸੀ, ਕੱਪੜਾ ਪ੍ਰੈਸ ਕਰਕੇ ਨਹੀਂ ਪਾਉਣਾ, ਸਾਦੇ ਰਹੋ, ਕੋਈ ਫਿਲਮ ਕੋਈ ਟੀਵੀ ਨਾ ਦੇਖੇ, ਸਾਦੇ ਰਹੋ, ਗੁਰੂ ਕੇ ਪਿਆਰਿਓ ਖਾਣ ਪੀਣ ਦਾ ਕੋਈ ਸਾਦਾ ਹੋਵੇ ਤੋ ਕਿਸੇ ਘਰ ਰਹੋ। ਜੇ ਉੱਥੇ ਉਸ ਘਰ ਅੰਦਰ ਕਿਸੇ ਦੀ ਘੜੀ ਪਈ ਹੈ ਜਾਂ ਮੁੰਦਰੀ ਪਈ ਹੈ ਅਤੇ ਕਹਿੰਦੇ ਤੁਸੀਂ ਇਹ ਨਹੀਂ ਕਹਿਣਾ ਵੀ ਆਹ ਮੁੰਦਰੀ ਚੁੱਕ ਲਓ ਇੱਥੋਂ ਪਈ ਹੈ ਜਾਂ ਘੜੀ, ਕਹਿੰਦੇ ਉਸ ਕਮਰੇ 'ਚ ਹਫ਼ਤਾ ਰਹਿ ਕੇ ਆਓ ਜਾਂ 5 ਦਿਨ ਰਹੋ, ਤੁਹਾਡੀ ਅੱਖ ਨਹੀਂ ਜਾਣੀ ਚਾਹੀਦੀ, ਜਿੱਥੇ ਚੀਜ਼ ਪਈ ਹੈ ਉੱਥੇ ਹੀ ਪਈ ਰਹਿਣੀ ਚਾਹੀਦੀ ਹੈ, ਉਹਨੂੰ ਚੁੱਕ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਅਲਮਾਰੀ 'ਚ ਵੀ ਨਹੀਂ ਰੱਖਣੀ। ਆਪਣੇ ਆਪ 'ਤੇ ਇੰਨਾ ਕਾਬੂ ਪਾ ਕੇ ਰੱਖੋ
ਭਈ ਕੇਵਲ ਆਪਣੇ ਕੰਮ ਵੱਲ ਧਿਆਨ ਕਰੋ, ਕਿਸੇ ਦੂਸਰੇ ਵੱਲ ਨਾ, ਕਿਸੇ ਚੀਜ਼ ਵੱਲ ਨਾ ਧਿਆਨ ਜਾਵੇ। ਕੋਈ ਅਮੀਰ ਹੈ ਗਰੀਬ, ਅਸੀਂ ਕੀ ਲੈਣਾ, ਅਸੀਂ ਤਾਂ ਕੇਵਲ 5 ਦਿਨ ਉਸ ਕਮਰੇ 'ਚ ਰਹਿ ਕੇ ਗੁਰਬਾਣੀ ਦੀ ਸੰਥਿਆ ਕਰਨੀ ਹੈ। ਇਸੇ ਤਰ੍ਹਾਂ ਗਰੁੱਪ ਬਣੇ ਹੁੰਦੇ ਸਨ, ਇੱਕ ਉਸਤਾਦ ਕੋਲ ਕਿਸੇ ਕੋਲ 10 ਵਿਦਿਆਰਥੀ, ਕਿਸੇ ਕੋਲ 5, ਕਿਸੇ ਕੋਲ 15, ਤਾਂ ਕਿ ਸਾਰੇ ਵੱਖ-ਵੱਖ ਜਗ੍ਹਾ 'ਤੇ ਸੰਥਿਆ ਕਰਨ, ਸਵੇਰੇ ਸ਼ਾਮ ਦੀਵਾਨ 'ਚ ਇਕੱਠਿਆਂ ਹੋਣਾ। ਤੂੰ ਮਰਿਆਦਾ ਭੁੱਲ ਨਾ ਜਾਵੇ ਅਤੇ ਉਹ ਚੇਤਾ ਕਰਾਉਂਦੇ ਸੀ ਮਹੀਨੇ ਬਾਅਦ। ਹੁਣ 2-3 ਮਹੀਨੇ ਲੰਘ ਗਏ, ਜਦੋਂ ਆਏ ਅਤੇ ਸੰਤ ਇੱਕ ਤਾਂ ਬੈਰਾਗ ਵਿੱਚ ਸਨ, ਵੀ ਸ਼ਹੀਦੀ ਹੋਈ, ਉੱਧਰੋਂ ਸਰਕਾਰਾਂ ਨਾਲ ਵਾਹ ਪਏ, ਅਨੇਕਾਂ ਸਿੰਘ ਜ਼ਖਮੀ ਹੋਏ, ਕਿੰਨੇ ਕੁ ਰਜੇਵੇਂ ਖੋਰ ਵੱਧ ਗਏ ਇੱਕਦਮ ਹੀ। ਜਦੋਂ ਇਹ ਵਧੇ ਤਾਂ ਉਹ ਕਹਿਣ ਲੱਗੇ, ਦਰਸ਼ਨੀ ਡਿਓੜੀਏ ਮੈਂ ਤੇ ਅੱਜ ਵੀ ਕਹੇ ਉਹਦੇ ਉੱਪਰ ਇਕੱਠੇ ਕੀਤੇ ਸੀ ਸਾਰੇ। ਕਹਿਣ ਲੱਗੇ ਅਸੀਂ ਚਾਹੁੰਦੇ ਸਾਂ ਵੀ ਹੁਣ ਜਦੋਂ ਉੱਧਰ ਸ਼ਹੀਦ ਸਿੰਘ ਹੋ ਗਏ ਨੇ, ਅਨੇਕਾਂ ਜ਼ਖਮੀ ਹੋਏ ਨੇ, ਕੌਮ ਦਾ ਦਿੱਤਾ ਅਸੀਂ ਪ੍ਰਸ਼ਾਦ ਪਾਣੀ ਛਕਦੇ ਹਾਂ, ਕੌਮ ਇੰਨਾ ਇੱਜ਼ਤ ਮਾਣ ਕਰਦੀ ਏ, ਚਾਹੀਦਾ ਹੈ ਸੀ ਵੀ ਇਹਨਾਂ ਦਿਨਾਂ ਵਿੱਚ ਤੁਸੀਂ ਜਿਹੜੇ ਜਥੇ 'ਚ ਰਹਿਣ ਵਾਲੇ ਸਿੰਘ ਹੋ, ਉਹ ਆਪਣੇ ਨਿਤਨੇਮ ਜਾਂ ਪਹਿਲਾਂ ਜਿੰਨਾ ਪਾਠ ਕਰਦੇ ਸੀ ਉਹਦੇ ਤੋਂ ਜ਼ਿਆਦਾ ਪਾਠ ਕਰੋ। ਤੁਸਾਂ ਕੀਤੇ? ਕੋਈ ਨਾ ਬੋਲਿਆ। ਕਹਿਣ ਲੱਗੇ ਸਾਡਾ ਤੇ ਅੰਦਰ ਇਹ ਵੇਖ ਰਿਹਾ ਵੀ ਤੁਸੀਂ ਉਹ ਵੱਧ ਕੀ ਕਰਨੇ ਸੀ, ਤੁਸੀਂ ਤੇ ਉਹਨੇ ਵੀ ਨਹੀਂ ਕੀਤੇ, ਘਟਦੇ ਗਏ ਹੋ। ਅਜੇ 2 ਮਹੀਨੇ ਨਹੀਂ ਧਿਆਨ ਕੀਤਾ ਅਤੇ ਤੁਸੀਂ ਆਪ ਮੁਖਾਰਿਕ ਹੋ ਗਏ ਹੋ। ਮਨ ਨੂੰ ਪਕੜਨਾ ਬਹੁਤ ਔਖਾ, ਜੇ ਸਿਰ 'ਤੇ ਡੰਡਾ ਨਾ ਹੋਵੇ ਅਤੇ ਬੰਦਾ ਮਨ ਮਰਜ਼ੀਆਂ ਕਰਦਾ। ਅਸੀਂ ਵੇਖ ਹੀ ਰਹੇ ਹਾਂ ਜੋ ਕੁਛ 4 ਚਫੇਰੇ ਹੁਣ ਹੋ ਰਿਹਾ ਹੈ। ਡੰਡਾ ਤਕੜਾ ਸੀ। ਉਹਨਾਂ ਨੇ ਕਿਹਾ, ਸਿੰਘੋ ਉੱਠ ਕੇ ਦੱਸੋ ਜਿਹਨੇ ਨਿਤਨੇਮ ਵੀ 5 ਬਾਣੀਆਂ ਦੇ ਵਿੱਚ ਤੱਕ ਵੀ ਨਾ ਪੂਰਾ ਕੀਤਾ ਹੋਵੇ। ਕਿਤੇ ਦੇ 25 ਪਾਠ, ਕਿਤੇ 50 ਪਾਠ, ਕਿਧਰੇ 100 ਜਪਜੀ ਦੇ ਪਾਠ ਕਰਨੇ ਹੁੰਦੇ ਸੀ। ਸਾਨੂੰ ਪਤਾ ਲੱਗ ਰਿਹਾ ਵੀ ਤੁਹਾਡੇ 'ਚੋਂ ਕੁਝ ਉਹ ਵੀ ਨੇ ਜਿਹੜੇ ਇੰਨਾ ਵੀ ਨਹੀਂ ਪਾਠ ਕਰਦੇ। ਕੋਈ ਨਾ ਉੱਠਿਆ। 3 ਵਾਰੀ ਕਹਿ ਕੇ ਕਹਿੰਦੇ ਸਾਡੀ ਪ੍ਰੀਖਿਆ ਨਾ ਲਓ, ਅਸੀਂ ਤੁਹਾਡੇ ਦਾਸ ਹਾਂ, ਤੁਹਾਡੇ ਵਰਗੇ ਹਾਂ। ਜਦੋਂ ਨਹੀਂ, ਬਾਬਾ ਜੀ ਨੇ ਪਟਨਾ ਸਾਹਿਬ ਦੇ ਇੱਕ ਸਿੰਘ ਨੂੰ ਉਠਾਇਆ, ਕਹਿਣ ਲੱਗੇ ਬਲਦੇਵ ਸਿਆਂ ਉੱਠ। ਉਹਨੂੰ ਦੱਸਿਆ ਵੀ ਜਿਸ ਦਿਨ ਇਹ ਘਟਨਾ ਵਾਪਰੀ ਏ 1978 ਵਿਸਾਖੀ ਵਾਲੀ, ਜਿਸ ਦਿਨ ਜਾਣਾ ਸੀ, ਉਹ ਦਿਨ 4 ਬਾਣੀਆਂ ਦਾ ਨਿਤਨੇਮ ਤੂੰ ਕੀਤਾ ਕਿ ਨਹੀਂ ਕੀਤਾ। ਇੱਕ ਨੂੰ ਉਠਾਇਆ ਜਿਸ ਦਿਨ ਸੰਸਕਾਰ ਕਰਨ ਗਏ ਸਿੰਘਾਂ ਦਾ, ਉਸ ਦਿਨ ਤੂੰ 2 ਬਾਣੀਆਂ ਪੜ੍ਹੀਆਂ, ਜਾਪ ਸਾਹਿਬ ਅਤੇ ਚੌਪੀ ਨਹੀਂ ਪੜ੍ਹੀ। ਇਸ ਤਰ੍ਹਾਂ ਉਹਨਾਂ ਨੇ ਦੱਸਿਆ, 3 ਕੁ ਦੇ ਨਾਮ ਲਏ। ਵਾਕਈ ਇਸ ਤਰ੍ਹਾਂ ਹੋਇਆ ਸੀ। ਉਹ ਜਾਣਦੇ ਸਨ ਅੰਦਰੋਂ ਭਈ ਸਿੰਘਾਂ ਦੇ ਅੰਦਰ ਦੇ ਕਿੱਥੇ ਖੜੇ ਨੇ। ਮੈਂ ਕਈ ਵਾਰ ਇਹ ਗੱਲ ਕਰਦਾ ਹੁੰਦਾ ਵਾਂ ਵੀ ਜਦੋਂ ਅਸੀਂ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਉਹਨਾਂ ਦੇ ਪਿਆਰਿਆਂ ਨੂੰ ਜੇ ਪਤਾ ਲੱਗ ਰਿਹਾ ਹੈ ਵੀ ਅਸੀਂ ਕਿੰਨੀ ਬਾਣੀ ਪੜ੍ਹੀ, ਅਤੇ ਪਿਆਰਿਓ ਜਿਹਦੀ ਬਾਣੀ ਸਤਿਗੁਰੂ ਨਾ ਸਾਡੀ ਬਾਣੀ ਸੁਣਦੇ ਹੋਣਗੇ, ਇਹਨਾਂ ਗੱਲਾਂ ਤੋਂ ਪਤਾ ਲੱਗਦਾ ਏ ਗੁਰਬਾਣੀ ਜਦੋਂ ਵੀ ਪੜ੍ਹੀਏ, ਸਿਮਰਨ ਕਰੀਏ, ਸਾਨੂੰ ਭਾਵੇਂ ਉਹ ਦਾਤਾ ਨਹੀਂ ਦਿਸ ਰਿਹਾ, ਪਰ ਦਾਤਾ ਸਾਨੂੰ ਵੇਖ ਰਿਹਾ ਹੈ। ਉਹਨੂੰ ਕੁਝ ਭੁੱਲਿਆ ਨਹੀਂ ਕਹਿ, ਉਹਨੂੰ ਨਾ ਕਦੇ ਭੁੱਲ ਸਕਦਾ ਹੈ। ਕੋਈ ਜਪੇਗਾ, ਕੋਈ ਜੁੜੇਗਾ, ਉਹਨਾਂ ਨੂੰ ਸਾਰਾ ਅੰਦਰੋਂ ਗਿਆਨ ਖੁੰਦਾ ਏ। ਉਹਨਾਂ ਨੂੰ ਗਿਣਤੀ ਕਰਨ ਦੀ ਲੋੜ ਨਹੀਂ ਪੈਂਦੀ, ਉਹਨਾਂ ਦੇ ਵਰਤਮਾਨ ਵਿੱਚ ਹੀ ਇਹ ਸਾਰਾ ਕੁਝ ਖੁੰਦਾ ਹੈ। ਪਿੱਛੇ ਜੋ ਕੁਝ ਵਾਪਰਿਆ, ਗਾਂ ਵਾਪਰਨਾ ਸਾਹਮਣੇ ਖੁੰਦਾ। ਜਿੰਨੀ ਕਿਸੇ ਦੀ ਕਮਾਈ ਹੋਵੇ, ਸਤਿਗੁਰੂ ਨਿਰੰਕਾਰ ਉਹਨਾਂ ਕੁਝ ਹੀ ਦਿਖਾਉਂਦੇ ਨੇ। ਸਤਿਪੁਰਸ਼ਾਂ ਦੇ ਇਹ ਬਚਨ ਸੁਣਦੇ ਆ ਰਹੇ ਹਾਂ। ਤਾਂ ਉਦੋਂ ਵੀ ਜਿਵੇਂ ਬਾਬਾ ਸੁੰਦਰ ਸਿੰਘ ਸਾਹਿਬ ਜੀ ਨੇ ਫੁਰਨਾ ਹੀ ਅੰਦਰੋਂ ਪੜ੍ਹ ਕੇ ਦੱਸਿਆ ਸੀ, ਇੱਥੇ ਵੀ ਇਸੇ ਤਰ੍ਹਾਂ ਹੀ ਬਾਬਾ ਜਰਨੈਲ ਸਿੰਘ ਜੀ ਖੁਰਾ ਨੇ ਵੀ ਇਸੇ ਤਰ੍ਹਾਂ ਹੀ ਕੀਤਾ। ਪਰ ਕਹਿ ਕੇ ਉਹ ਗੰਭੀਰ ਹੋ ਗਏ, ਸਿੰਘੋ ਚੰਗਾ ਨਹੀਂ ਕੀਤਾ, ਸਾਡੇ ਮੂੰਹੇ ਸ਼ਬਦ ਖਵਾਏ। ਨਾਰਾਜ਼ ਹੋ ਕੇ ਚਲੇ ਗਏ, ਕਮਰਾ ਬੰਦ ਕਰ ਲਿਆ, 24 ਘੰਟੇ ਦਰਵਾਜ਼ਾ ਨਹੀਂ ਖੋਲ੍ਹਿਆ। ਮਹਾਰਾਜ ਕੋਲੋਂ ਮਾਫੀ ਮੰਗਦੇ ਹੋਣਗੇ ਜਾਂ ਸਤਿਗੁਰੂ ਜੀ ਦੇ ਸ਼ੁਕਰ ਵਿੱਚ ਹੋਣਗੇ, ਇਹ ਤਾਂ ਉਹ ਜਾਣਨ ਗੁਰੂ ਕੇ ਪਿਆਰਿਓ। ਕਿਉਂਕਿ ਕਦੇ ਵੀ ਕੋਈ ਅੰਦਰਲੀ ਦੌਲਤ ਦਾ ਪ੍ਰਗਟਾਵਾ ਦੁਨੀਆ ਕੋਲ ਨਹੀਂ ਕਰਨਾ ਚਾਹੁੰਦਾ। ਹਾਂ, ਉਹਦੇ ਹੁਕਮ ਦੇ ਅੰਦਰ ਉਹ ਜੋ ਮਰਜ਼ੀ ਅਖਵਾਣ ਸਤਿਗੁਰੂ ਪਰਮੇਸ਼ਰ ਉਹ ਕਰਨ ਨੂੰ ਤਿਆਰ ਹੁੰਦੇ ਨੇ। ਮੈਂ ਬੇਨਤੀ ਕਰਾਂ, ਬਹੁਤ ਕੁਝ ਸਾਹਮਣੇ ਆਈ ਜਾ ਰਿਹਾ ਹੈ। ਜਾਪਦਾ ਨਹੀਂ 35 ਸਾਲ ਜਾਂ ਇਹ ਸਾਨੂੰ 36 ਤੋਂ ਵੀ ਜ਼ਿਆਦਾ, ਕਿਉਂਕਿ 36 ਤੇ ਹੋ ਗਿਆ 84 ਨੂੰ, ਉਸ ਤੋਂ ਪਹਿਲਾਂ ਦੀਆਂ ਬਾਤਾਂ ਕਰ ਰਿਹਾ ਵਾਂ। 77 ਤੋਂ ਲੈ ਕੇ 81-82 ਤੱਕ ਦੀਆਂ ਗੁਰੂ ਕੇ ਪਿਆਰਿਓ। 82 ਨੂੰ ਧਰਮ ਯੁੱਧ ਮੋਰਚਾ ਲੱਗਦਾ ਏ।
ਇਹ ਜਿਹੜੇ 5 ਕੁ ਸਾਲਾਂ ਵਿੱਚ ਜੋ ਕੁਝ ਵਾਪਰਦਾ, 78 ਦੀ ਗੱਲ ਕਰ ਰਹੇ ਹਾਂ ਹੁਣ ਆਪਾਂ, ਇੰਨਾ ਸਮਾਂ ਲੰਘ ਗਏ ਸਾਧ ਸੰਗਤ, ਲੱਗਦਾ ਜਿਵੇਂ ਅਜੇ ਕੱਲ੍ਹ ਦੀਆਂ ਬਾਤਾਂ ਨੇ। ਪਰ ਕਮਾਲ ਦੀ ਖੇਡ ਇਹ ਸੀ, ਇਸ ਅੰਦਰ ਸਾਰਿਆਂ ਸਿੰਘਾਂ ਦੇ ਇਹ ਪਾਇਆ ਜਾਂਦਾ ਸੀ ਵੱਧ ਤੋਂ ਵੱਧ ਬਾਣੀ ਪੜ੍ਹੋ। ਕੁਝ ਸਿੰਘਾਂ ਨੂੰ ਬਾਬਾ ਜਰਨੈਲ ਸਿੰਘ ਹੋਰਾਂ ਨੇ ਫਿਰ ਇਹ ਕਿਹਾ ਭਈ ਤੁਸੀਂ ਨਾ ਰੋਜ਼ 150 ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਕਿਸੇ ਦੀ ਡਿਊਟੀ ਲਾਈ 100, ਕਹਿੰਦੇ ਖੁਰਾਕ ਤੁਹਾਨੂੰ ਸਪੈਸ਼ਲ ਮਿਲੇਗੀ। ਖੋਆ ਬਣਾ ਕੇ ਪੀਪੇ ਭਰ ਕੇ ਰੱਖੇ ਉਹਨਾਂ ਕੋਲ, ਕਿਸੇ ਨੂੰ ਬਦਾਮ ਲਿਆ ਕੇ ਦਿੱਤੇ, ਖੁਰਾਕ ਉਹਨਾਂ ਦੀ ਵਧੀਆ, ਤੁਸੀਂ ਜਪ ਤਪ ਹੀ ਬੰਦਗੀ ਕਰਨੀ ਹੈ। ਮੁੱਖ ਮਨੋਰਥ ਤੇ ਉਹ ਕਹਿੰਦੇ ਜੇ ਤੁਹਾਡੇ ਜੀਵਨ ਹੀ ਨਹੀਂ ਤੇ ਤੁਸੀਂ ਲੋਕਾਂ ਦਾ ਕੀ ਸਵਾਰਨਾ ਹੈ। ਇਹਦੇ 'ਚ ਕਿਹੜੀ ਵੱਡੀ ਗੱਲ ਹੈ, ਮੈਂ ਟਕਸਾਲੀ ਖੁੰਨਾ ਵਾਂ, ਕੀ ਟਕਸਾਲ 'ਚ ਕੋਈ ਰਹਿ ਕੇ ਟਕਸਾਲ ਦੀ ਸਟੈਂਪ ਲਵਾ ਕੇ ਟਕਸਾਲੀ ਬਣੀਦਾ ਨਹੀਂ ਪਿਆਰਿਓ। ਅੰਦਰ ਗੁਰਬਾਣੀ ਵਸਾ ਕੇ ਸਤਿਗੁਰੂ ਦੀਆਂ ਖੁਸ਼ੀਆਂ ਲੈਣੀਆਂ ਚਾਹੀਦੀਆਂ ਨੇ। ਇਹ ਗੱਲ ਮੈਂ ਜ਼ਰੂਰ ਕਹਾਂਗਾ ਸਾਧ ਸੰਗਤ, ਅਸੀਂ ਜਿੱਥੇ ਇਹ ਦਿਨ ਆਉਂਦੇ ਨੇ ਨਾ, ਅਸੀਂ ਬਜਾਏ ਮਹਾਰਾਜ ਜੀ ਦੇ ਗੁਣ ਗਾਣ ਦੇ, ਸਤਿਗੁਰੂ ਜੀ ਤੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਦੇ, ਕਈ ਵਾਰ ਸ਼ੁਰੂ ਤੋਂ ਲੈ ਕੇ 84 ਤੋਂ ਲੈ ਕੇ ਹੁਣ ਤੱਕ ਵੇਖਦੇ ਹਾਂ ਇਸ ਨਾਂ ਦੀ ਵਰਤੋਂ ਆਪਣੇ ਨਿੱਜੀ ਸਵਾਰਥਾਂ ਲਈ ਕੀਤੀ ਜਾਂਦੀ ਹੈ। ਗੁਰੂ ਕੇ ਪਿਆਰਿਓ, ਕਿੰਨੀ ਵਾਰੀ ਰਾਜ ਭਾਗ ਬਣ ਗਏ ਉਹਨਾਂ ਦੇ ਨਾਂ 'ਤੇ, ਜਿਹੜੇ ਜੇਲ੍ਹਾਂ ਵਿੱਚ ਉਦੋਂ ਸੀ ਅੱਜ ਵੀ ਕੁਛ ਚੜ੍ਹਾਈ ਕਰ ਗਏ ਅਤੇ ਕੁਛ ਰੁਲਦੇ ਪਏ ਨੇ। ਉਹਨਾਂ ਦਾ ਨਾਂ ਲੈ ਕੇ ਬਹੁਤ ਕੁਝ ਹੋ ਚੁੱਕਾ ਹੈ, ਪਰ ਸਾਧ ਸੰਗਤ ਉਹ ਕਹਾਣੀ ਉੱਥੇ ਦੀ ਉੱਥੇ ਵੇ। ਇਸ ਕਰਕੇ ਕਦੇ ਨਾ ਮਾਣ ਕਰੀਏ ਵੀ ਮੈਂ ਟਕਸਾਲ ਦਾ ਵਾਂ। ਪਿਆਰਿਓ, ਕਿਸੇ ਵੀ ਸੰਸਥਾ ਦੇ ਖੋਈਏ ਨਾਲ ਅਸੀਂ ਜੁੜੀਏ, ਜਿੱਥੋਂ ਵੀ ਰਹਿ ਕੇ ਸਤਿਗੁਰੂ ਜੀ ਦੇ ਘਰ ਨਾਲ ਕੋ ਜੁੜਦਾ, ਉਹ ਕੇਵਲ ਸੰਸਥਾ ਹੈ। ਸਾਡਾ ਮੁੱਖ ਮਨੋਰਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲ ਜੁੜਨਾ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹਰ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ, ਪੰਜਾਂ ਤਖਤਾਂ 'ਤੇ ਸਾਡਾ ਸਿਰ ਝੁਕੇ, ਕੇਵਲ ਬਾਹਰੋਂ ਨਹੀਂ ਅੰਦਰੋਂ, ਕਿਉਂਕਿ ਬਾਕੀ ਸੰਸਥਾਵਾਂ ਨੇ ਜਿੱਥੇ ਵੀ ਕੋਈ ਰਹਿ ਕੇ ਸਤਿਗੁਰੂ ਜੀ ਦੀ ਸਿੱਖਿਆ ਲੈ ਰਿਹਾ, ਭਲਾ ਹੈ, ਮੁਬਾਰਕ ਹੈ। ਕਦੇ ਦੂਸਰੇ ਨੂੰ ਆਪਣੇ ਤੋਂ ਛੋਟਾ ਨਾ ਸਮਝੀਏ। ਕਈ ਵਾਰ ਤੇ ਹੈਰਾਨ ਖੋਈਦਾ ਹੈ, ਗੱਲਾਂ ਜਿਹੜੀਆਂ ਮੈਤੇ ਕਦੇ ਹੁੰਦੀਆਂ ਹੀ ਨਹੀਂ ਸਨ, ਸੰਤਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਉਹ ਗੱਲਾਂ ਸੋਚੀਆਂ। ਉਹ ਕਈ ਜਿਹਦੇ ਨੇ ਅਜੇ ਕੁਝ ਸਾਲ ਪਹਿਲਾਂ ਹੋਏ ਟੋਰਾਂਟੋ ਇੱਕ ਅਸਥਾਨ 'ਤੇ, ਜਿੱਥੇ ਕਿ ਗੁਰਬਾਣੀ ਦੀਆਂ ਕੈਸਟਾਂ ਸਨ ਜਾਂ ਹੋਰ ਮੈਗਜ਼ੀਨ ਸਨ। 2-4 ਸਿੰਘ ਐਨ ਭੜਕੇ ਜਿਹੇ ਆਏ ਹੋਏ, ਕਹਿਣ ਲੱਗੇ ਤੇ ਸੰਤ ਬਾਬਾ ਜਰਨੈਲ ਸਿੰਘ ਦੀ ਕੋਈ ਕੈਸਟ ਹੈ? ਉਹ ਕਹਿੰਦੇ ਨਹੀਂ। ਉਹ ਕਹਿਣ ਲੱਗੇ ਫਿਰ ਇਹ ਕਾਹਦਾ ਸਥਾਨ ਹੋਇਆ? ਇਹ ਕਿੰਨੇ ਪੜ੍ਹਾ ਦਿੱਤਾ ਹੈ ਵੀ ਜਿਹੜੇ ਸਥਾਨ 'ਤੇ ਸੰਤ ਬਾਬਾ ਜਰਨੈਲ ਸਿੰਘ ਦੀ ਫੋਟੋ ਨਾ ਹੋ ਜਾਂ ਕੈਸਟ ਨਾ ਹੋਏ ਉਹ ਸਿੱਖ ਹੀ ਨਹੀਂ ਕਰਨ? ਇਹ ਧੱਕਾ ਹੈ ਤੇ ਕੋਈ ਨਵੀਂ ਤਰੀਕਾ ਹੀ ਅਸੀਂ ਅਪਣਾ ਲਿਆ, ਕੋਈ ਹੋਰ ਹੀ। ਸੰਤ ਹੋਣ ਕੋਈ ਵੀ, ਚਾਹੇ ਪਿੰਡਾਂ ਵਾਲੇ ਨੇ, ਚਾਹੇ ਪਿਆਰੂ ਰਾੜਾ ਸਾਹਿਬ ਵਾਲੇ ਨੇ, ਨਾਨਕਸਰ ਸਾਹਿਬ ਵਾਲੇ ਨੇ, ਚਾਹੇ ਕੋਈ ਹੋਰ ਮਸਤੂਆਣੇ ਵਾਲੇ ਮਹਾਂਪੁਰਖ ਨੇ, ਖੰਸਾਲ ਵਾਲੇ ਮਹਾਂਪੁਰਖ ਨੇ, ਮਿਸ਼ਨਰੀ ਕਾਲਜ ਨੇ, ਅਖੰਡ ਕੀਰਤਨੀ ਜਥੇ ਨੇ। ਸਾਧ ਸੰਗਤ, ਇਹ ਸੰਸਥਾਵਾਂ ਨੇ ਸਤਿਗੁਰੂ ਨਾਲ ਜੋੜਨ ਦੀ। ਪੁੱਛਿਆ ਇਹ ਕਰੋ ਕਿਹੜੇ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜਿਆ ਜਾ ਰਿਹਾ ਕਿ ਨਹੀਂ ਜੋੜਿਆ ਜਾ ਰਿਹਾ? ਕਿੱਥੇ ਅੰਮ੍ਰਿਤ ਸੰਚਾਰ ਵੱਧ ਹੋ ਰਹੇ ਨੇ, ਕਿੱਥੇ ਸਿਮਰਨ ਅਭਿਆਸ ਵੱਧ ਹੋ ਰਹੇ ਨੇ, ਜਿੱਥੇ ਨਹੀਂ ਹੋ ਰਹੇ ਉੱਥੇ ਕਰੀਏ। ਇਹਦੇ 'ਤੇ ਨਾ ਕਦੇ ਝਗੜੇ ਖੜਾ ਕਰ ਦਈਏ ਮੈਂ ਫਲਾਣੀ ਸੰਸਥਾ ਦਾ ਵਾਂ, ਅਤੇ ਕਦੇ ਵੀ ਕਿਸੇ ਦੂਸਰੇ ਸੰਸਥਾ ਨੂੰ ਆਪਣੇ ਤੋਂ ਛੁਟਿਆ ਕੇ ਨਾ ਵੇਖੀਏ। ਤੁਹਾਨੂੰ ਇੱਕ ਬੇਨਤੀ ਹੋਰ ਕਰਾਂ ਮੈਂ ਅੱਜ, ਬਾਬਾ ਸੁੰਦਰ ਸਿੰਘ ਸਾਹਿਬ ਜੀ ਦੇ 3 ਬਚਨ ਗੁਰੂ ਕੇ ਪਿਆਰਿਓ ਮਹਿਤੇ ਪ੍ਰਚਲਿਤ ਨੇ। ਉਹ ਬਚਨਾਂ ਨੂੰ ਬਾਬਾ ਗੁਰਬਚਨ ਸਿੰਘ ਸਾਹਿਬ ਨੇ ਵੀ ਪ੍ਰਚਾਰਿਆ, ਬਾਬਾ ਕਰਤਾਰ ਸਿੰਘ ਸਾਹਿਬ ਨੇ ਵੀ, ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖੁਰਾ ਨੇ ਵੀ। ਉਹ ਕਹਿੰਦੇ ਸਨ ਭਈ ਇੱਕ ਤਾਂ ਮਿਲਵੇ ਕੀ ਮਹਿਮਾ ਬਰਨ ਨਾ ਸਾਕੋ ਨਾਨਕ ਪਰੈ ਪਰੀਲਾ। ਕਹਿੰਦੇ ਮਿਲ ਕੇ ਰਹਿਣਾ ਹੈ, ਸਾਰਿਆਂ ਨਾਲ ਮਿਲ ਕੇ ਰਹਿਣਾ, ਸਾਰਿਆਂ ਨਾਲ ਵੀ ਮਿਲ ਕੇ ਰਹਿਣਾ, ਅਤੇ ਅੰਦਰੋਂ ਸਤਿਗੁਰੂ ਨਾਲ ਮਿਲ ਕੇ ਰਹਿਣਾ। ਇਹ ਨਿਸ਼ਾਨਾ ਮਿਲ ਕੇ, ਤੋੜਨਾ ਨਹੀਂ ਕਿਸੇ ਨੂੰ। ਦੂਸਰਾ ਸੀ ਉਹਨਾਂ ਦਾ ਸਾਰੇ ਗੁਰਸਿੱਖ ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਣ, ਕਦੇ ਕੋਈ ਵੱਡਾ ਛੋਟਾ ਨਾ ਅਖਵਾਏ। ਅਤੇ ਤੀਸਰਾ ਉਹਨਾਂ ਦਾ ਬਚਨ, ਜਿਹੜੇ ਬਹੁਤੇ ਬਚਨਾਂ 'ਚੋਂ 3 ਵੱਧ ਪ੍ਰਚਲਿਤ ਹੋਏ, ਉਹ ਸੀ ਮਹਾਂਪੁਰਖ ਕਿਸੇ ਵੀ ਮਜ਼ਹਬ ਦਾ ਹੋਵੇ, ਕਿਸੇ ਦੂਸਰੇ ਦਾ, ਤੀਸਰੇ ਦਾ,
ਕੋਈ ਵੀ ਰੱਬ ਨੂੰ ਪਿਆਰ ਕਰਨ ਵਾਲਾ ਕੋਈ ਮਹਾਂਪੁਰਖ ਹੈ, ਕੋਈ ਸੰਸਥਾ ਹੈ, ਕੋਈ ਰੂਹ ਹੈ, ਉਹਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਹੈ। ਅਤੇ ਐਸਾ ਹੀ ਹੁੰਦਾ ਆਇਆ ਹੈ। ਪਿਆਰੇ, ਸਾਡੇ ਸਾਹਮਣੇ ਸੰਤ ਬਾਬਾ ਜਰਨੈਲ ਸਿੰਘ ਜੀ ਖੁਰਾਂ ਦੇ ਕੋਲ ਉਦਾਸੀ ਆਉਣ, ਨਿਰਮਲੇ ਆਉਣ, ਭਗਵਿਆਂ ਵਾਲੇ ਆਉਣ, ਚਿੱਟਿਆਂ ਵਾਲੇ ਆਉਣ, ਪੂਰਾ ਵੱਡੀ ਜਗ੍ਹਾ ਦੇ ਕੇ ਉਹਨਾਂ ਨੂੰ ਬਿਠਾਇਆ ਜਾਂਦਾ ਸੀ। ਅੱਜ ਅਸੀਂ ਕਈ ਵਾਰ ਐਵੇਂ ਉਹਨਾਂ ਦਾ ਨਾਂ ਯੂਜ਼ ਕਰਦੇ ਹਾਂ। ਨਾ ਕਰਿਆ ਕਰੋ, ਇਹ ਪਿਆਰ ਨਹੀਂ, ਨਾ ਸਿੱਖੀ ਨਾਲ, ਨਾ ਕਿਸੇ ਸੰਸਥਾ ਦੇ ਨਾਲ। ਦੂਜਿਆਂ ਦਾ ਸਤਿਕਾਰ ਕਰੀਏ, ਵੱਧ ਤੋਂ ਵੱਧ ਪਿਆਰ ਕਰੀਏ। ਇੱਕ ਸਿੰਘ ਕਹਿਣ ਲੱਗਾ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੂੰ, ਜੀ ਮੈਂ ਸਾਧੂ ਬਣਨਾ ਹੈ। ਉਹ ਕਹਿਣ ਲੱਗੇ, ਨਹੀਂ, ਪਹਿਲਾਂ ਅੱਜ ਤੇਰੇ ਭਾਗ 'ਚ ਵਿੱਦਿਆ ਲਿਖੀ ਹੈ, ਤੂੰ ਵਿੱਦਿਆ ਪੜ੍ਹ। ਅਤੇ ਉਹ ਕਹਿਣ ਲੱਗਾ, ਜੀਓ ਮੈਂ ਵਿੱਦਿਆ ਨਹੀਂ ਪੜ੍ਹਨਾ ਚਾਹੁੰਦਾ, ਮੈਂ ਕੇਵਲ ਨਾਮ ਸਿਮਰਨ ਅਭਿਆਸ ਕਰਨਾ ਚਾਹੁੰਦਾ। ਉਹ ਕਹਿਣ ਲੱਗੇ, ਠੀਕ ਹੈ, ਪਰ ਤੈਨੂੰ ਵਿੱਦਿਆ ਪੜ੍ਹਨ ਦਾ ਹੁਕਮ ਹੈ। ਉਹ ਵਿਚਾਰਾ ਥੋੜ੍ਹਾ ਚਿਰ ਲੱਗਾ। ਉਹਨਾਂ ਨੇ ਫਿਰ ਭੇਜਿਆ ਸੰਤ ਬਾਬਾ ਜਵਾਲਾ ਸਿੰਘ ਜੀ ਹੋਰਾਂ ਕੋਲ, ਕੁਝ ਸਮਾਂ ਉੱਥੇ ਜਾਓ, ਵਿੱਦਿਆ ਪੜ੍ਹ ਕੇ ਆਓ। ਜਿਹੜੇ ਉੱਥੇ ਉਸਤਾਦਾਂ ਕੋਲ ਅਤੇ ਮਹਾਂਪੁਰਖਾਂ ਕੋਲ, ਉੱਥੇ ਗਿਆ। ਉਸ ਤੋਂ ਇੱਕ ਹੋਰ ਜਗ੍ਹਾ ਤੋਰਿਆ। ਕੀ ਮਤਲਬ ਹੈ? ਸਾਧੂ ਕੀ ਕਰਦੇ? ਦੂਸਰੀ ਜਗ੍ਹਾ 'ਤੇ ਭੇਜਦੇ, ਉੱਥੋਂ ਵੀ ਗੁਣ ਲੈ ਕੇ ਆਓ, ਉੱਥੋਂ ਵੀ ਲੈ ਕੇ ਆਓ। ਤੀਜੀ ਚੌਥੀ ਜਗ੍ਹਾ 'ਤੇ ਪਿਆਰੇ ਸਾਰੇ ਇਹ ਫੁੱਲ ਨੇ ਸਾਰੇ। ਜਿਹੜਾ ਕੋਈ ਸਤਿਗੁਰੂ ਦੀ ਬਾਤ ਕਰ ਰਿਹਾ, ਦੁੱਖ ਉਦੋਂ ਹੁੰਦਾ ਜਦੋਂ ਕੋਈ ਵੀ ਕਿਸੇ ਸੰਸਥਾ ਦਾ ਬੰਦਾ ਆਪਣੀ ਸੰਸਥਾ ਨੂੰ ਚੰਗਾ ਕਵੇ ਤੇ ਬਹੁਤ ਭਲਾ ਹੈ, ਪਰ ਦੂਸਰੇ ਸੰਸਥਾ ਦੀ ਨਿੰਦਾ ਕਰਨੀ, ਇਹ ਕਦੇ ਵੀ ਸਤਿਗੁਰੂ ਦੇ ਘਰ ਪ੍ਰਵਾਨ ਨਹੀਂ ਜੇ ਹੋਣਾ। ਜਿੱਥੋਂ ਵੀ ਕੋਈ ਸਤਿਗੁਰੂ ਨਾਲ ਜੋੜ ਰਿਹਾ ਹੈ, ਉੱਥੋਂ ਗੁਣ ਲਵੋ। ਤੁਹਾਡੇ ਨਾਲ ਕਦੇ ਵਿਚਾਰ ਸਾਰਿਆਂ ਦੇ ਨਹੀਂ ਮਿਲਣੇ। ਪਿਆਰਿਓ, ਕੋਈ ਕਿਸ ਢੰਗ ਨਾਲ ਕੋਈ ਜੁੜ ਰਿਹਾ ਹੈ, ਢੰਗਾਂ 'ਤੇ ਨਾ ਵੇਖੋ ਜੁੜ ਕਿਹਦੇ ਨਾਲ ਰਿਹਾ ਹੈ। ਮੈਂ ਬੇਨਤੀ ਕਰ ਰਿਹਾ ਸਾਂ, ਸਾਧ ਸੰਗਤ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਸੰਸਥਾਵਾਂ ਇੱਕ ਦੂਸਰੇ ਨੂੰ ਪਿਆਰ ਕਰਦੀਆਂ। ਮਹਿਤੇ ਵੀ ਇਸੇ ਤਰ੍ਹਾਂ ਹੀ ਸੰਤ ਬਾਬਾ ਜਰਨੈਲ ਸਿੰਘ ਖੁਰਾ ਨੇ ਕੀਤਾ। ਮੈਂ ਤਾਂ ਹੈਰਾਨ ਹਾਂ ਵੀ ਉਹਨਾਂ ਨੂੰ ਪੇਸ਼ ਇੰਝ ਕੀਤਾ ਜਾਂਦਾ ਜਿਵੇਂ ਲੜਾਕੇ ਕੇਵਲ ਕੌਣ, ਮਾਰੋ ਤਾੜ ਕੀਤੀ ਵਾਲੇ ਕੌਣ। ਨਹੀਂ ਸਾਧ ਸੰਗਤ, ਕੇਵਲ ਤੇ ਕੇਵਲ ਉਹਨਾਂ ਦਾ ਅੰਦਰਲਾ ਪਿਆਰ ਵੇਖਿਆ ਕਰੋ। ਇੱਕ ਗੱਲ ਜੋ ਸਿੰਘ ਸਾਹਿਬ ਨੇ ਦੱਸੀ, ਮੈਂ ਕਈ ਵਾਰ ਅੱਗੇ ਕਥਾ ਵਿੱਚ ਉਹਦਾ ਜ਼ਿਕਰ ਕੀਤਾ ਹੈ। ਮਹਾਰਾਜ ਜੀ ਅੰਗ ਸੰਗ ਸਨ ਜਦੋਂ ਇੱਕ ਵਾਰ ਧਰਮ ਯੁੱਧ ਮੋਰਚੇ 'ਚ ਇੱਕ ਸਿੰਘ ਨੂੰ ਕਹਿਣ ਲੱਗੇ, ਨਾਰੰਗਵਾਲ ਤੋਂ ਸੀ, ਵੀ ਆਪਾਂ ਚਮਕੌਰ ਸਾਹਿਬ ਜਾਣਾ ਹੈ ਦਰਸ਼ਨ ਕਰਨ ਜਾਂ ਕੁਝ ਹੋਰ ਇਹ ਉਹ ਜਾਣਨ। ਕਹਿਣ ਲੱਗਾ ਵੀ ਮੈਂ ਕਿਵੇਂ ਕਰਾਂ, ਡਰ ਗਿਆ ਵੀ ਰਾਤ ਨੂੰ ਜਾਣਾ ਹੈ, ਹਾਲਾਤ ਖਰਾਬ ਨੇ, ਰਸਤੇ 'ਚ ਕਿਧਰੇ ਪਕੜੇ ਨਾ ਜਾਈਏ, ਕੀ ਮੂੰਹ ਵਿਖਾਵਾਂਗਾ, ਸਿੰਘ ਕੀ ਕਹਿਣਗੇ, ਨਾ ਕਰਾਂਗਾ ਤੇ ਤਾਂ ਵੀ ਠੀਕ ਗੱਲ ਨਹੀਂ ਹੈ। ਚਲੋ ਖੈਰ, ਸਮਾਂ ਬਣਿਆ ਰਾਤ ਨੂੰ। ਕਹਿਣ ਲੱਗੇ ਚੱਲ ਸਿੰਘਾ, ਇਕੱਲੇ ਉਹਦੇ ਨਾਲ ਤੁਰ ਪਏ। ਰਸਤੇ ਸਤਿਗੁਰੂ ਅੰਗ ਸੰਗ ਕਿਸੇ ਨੇ ਰੋਕਿਆ ਨਹੀਂ, ਆਪੇ ਵਿਧੀਆਂ ਬਣਦੀਆਂ ਗਈਆਂ। ਜਦੋਂ ਸਰਹੰਦ ਨਹਿਰ 'ਤੇ ਕੰਢੇ 'ਤੇ ਪਹੁੰਚੇ, ਉੱਥੇ ਕਹਿੰਦੇ ਬਾਥਰੂਮ ਕਰਨਾ ਹੈ। ਜਦੋਂ ਕਿਰਿਆ ਕਰਨ ਲਈ ਗਏ, ਉਹਨਾਂ ਚਿਰ ਨੂੰ ਸਤਿਗੁਰੂ ਜੀ ਨੇ ਉਹ ਸਿੰਘ ਜੋ ਡਰਾਈਵਿੰਗ ਕਰ ਰਿਹਾ ਸੀ, ਮੋਹਰ ਸਿੰਘ, ਉਹਨਾਂ ਨੂੰ ਕੌਤਕ ਦਿਖਾਇਆ। ਅਚਾਨਕ ਉਹਨੂੰ ਦਿਸੇ ਵੀ ਅਨੇਕਾਂ ਸਿੰਘ ਸਾਹਮਣੇ ਆਏ। ਉਹਨਾਂ ਫਤਿਹ ਬੁਲਾਈ। ਇੱਕਦਮ ਕੰਬ ਗਿਆ ਵੀ ਕਿੱਥੋਂ ਆ ਗਏ, ਕਿਉਂਕਿ ਡਰਿਆ ਤਾਂ ਪਹਿਲਾਂ ਹੀ ਸੀ ਵੀ ਮੈਂ ਇਕੱਲਾ ਵਾਂ, ਕੁਝ ਹੋ ਨਾ ਜਾਵੇ। ਸਿੰਘ ਆਏ, ਖੁਸ਼ ਵੀ, ਫਤਿਹ ਬੁਲਾਈ। ਫਤਿਹ ਬੁਲਾ ਕੇ ਜੇ ਝਣਝਣੀ ਜੀ ਛੜੀ, ਉਹਨਾਂ ਚਿਰ ਸੰਤ ਆ ਕੇ ਕਹਿੰਦੇ ਹੱਥ ਧੁਆਏ। ਉਹ ਸਿੰਘ ਅਲੋਪ ਹੋ ਗਏ ਜਿਹੜੇ ਦਿਸਦੇ ਸੀ। ਸੰਤ ਹੱਸ ਕੇ ਕਹਿਣ ਲੱਗੇ, ਕੀ ਗੱਲ ਘਬਰਾਇਆ ਜਾ ਪਿਆ ਹੈ? ਕਹਿਣ ਲੱਗੇ, ਜੀ ਤੁਹਾਡੀਆਂ ਤੁਸੀਂ ਜਾਣੋ, ਆਹ ਸਿੰਘ ਕਿੱਥੋਂ ਆਏ ਸਨ, ਹੁਣ ਕਿੱਥੇ ਚਲੇ ਗਏ? ਕਹਿਣ ਲੱਗੇ, ਸਿੰਘ ਨਹੀਂ, ਤੂੰ ਡਰਦਾ ਸੀ ਨਾ ਵੀ ਆ ਜਰਨੈਲ ਸਿੰਘ ਸ਼ਾਇਦ ਆ ਗੰਨਾ ਗੁੰਨਾ ਲੈ ਕੇ ਅਸਲੇ ਦੇ ਸਹਾਰੇ ਇਹ ਤੁਰਿਆ ਫਿਰਦਾ ਨਹੀਂ। ਕਹਿਣ ਲੱਗੇ, ਕਲਗੀਆਂ ਵਾਲੇ ਦੀ ਰਹਿਮਤ ਨਾਲ ਉਹਨਾਂ ਦੇ ਸਹਾਰੇ ਤੁਰਿਆ ਫਿਰਦਾ ਕਾਂ। ਇਹ ਸ਼ਹੀਦ ਸਿੰਘ ਸਨ ਜਿਹੜੇ ਹਮੇਸ਼ਾ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਰਹਿੰਦੇ ਸੀ, ਕਦੇ ਵੀ ਇਕੱਲੇ ਨਹੀਂ, ਨਾਲ ਸਤਿਗੁਰੂ ਹੋਣ। ਲੋੜ ਹੁੰਦੀ ਹੈ ਅੱਜ ਸਾਨੂੰ ਪਿਆਰਿਓ ਵੀ ਆਪਾਂ ਗੁਰਬਾਣੀ ਦਾ ਅਭਿਆਸ ਵਧਾਈਏ। ਸਾਨੂੰ ਅਹਿਸਾਸ ਹੋਵੇ ਕਲਗੀਆਂ ਵਾਲਾ ਮੇਰੇ ਨਾਲ ਏ, ਸਤਿਗੁਰੂ ਜੀ ਮੇਰੇ ਨਾਲ ਨੇ, ਮੈਂ ਦੂਸਰਿਆਂ ਦਾ ਸਤਿਕਾਰ ਕਰਨਾ ਹੈ, ਸ਼ੁੱਧ ਗੁਰਬਾਣੀ ਪੜ੍ਹਨੀ ਹੈ। ਉਦੋਂ ਜਦੋਂ ਮਹਿਤੇ ਹੋਈਦਾ ਸੀ ਬਾਬਾ ਜਰਨੈਲ ਸਿੰਘ ਸਾਹਿਬ ਨਾਲ, ਇੰਝ ਸੱਚੀ ਮੁੱਚੀ ਮਾਹੌਲ ਬਣਿਆ ਸੀ
ਵੀ ਜਿਵੇਂ ਨਾ ਇੱਕੋ ਹੀ ਮਨੋਰਥ ਸੀ ਵੀ ਵੱਧ ਤੋਂ ਵੱਧ ਗੁਰਬਾਣੀ ਯਾਦ ਕਿਵੇਂ ਕਰਨੀ ਹੈ। ਬੜੀ ਬੜੀ ਬਾਣੀ ਸਿੰਘਾਂ ਨੂੰ ਯਾਦ ਸੀ, 5 ਗ੍ਰੰਥੀ ਯਾਦ ਸਤਿਗੁਰਾਂ ਨੇ ਕਰਵਾਈ। ਪਿਆਰਿਓ ਆਮ ਸਿੰਘਾਂ ਨੂੰ ਯਾਦ ਸੀ ਬਾਣੀ। ਮੁਕਾਬਲਾ ਹੁੰਦਾ ਸੀ ਵੀ ਹੋਰ ਕਿਵੇਂ ਕਰਨੀ ਬਾਣੀ ਯਾਦ। ਇੰਝ ਲੱਗਦਾ ਸੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੇ ਛੋਟੇ ਛੋਟੇ ਰਾਗ ਨੇ ਥੋੜ੍ਹੀ ਬਾਣੀ ਵਾਲੇ ਸਾਰੀ ਯਾਦ ਕੀਤੇ ਤੇ ਝੱਟ ਬਾਣੀ ਯਾਦ ਵੀ ਹੋ ਜਾਂਦੀ ਸੀ। ਫਿਰ ਬਾਣੀ ਜਦੋਂ ਬਾਹਰੋਂ ਯਾਦ ਹੋਏਗੀ ਤੇ ਅੰਦਰ ਵੀ ਵਸੇਗੀ। ਗੱਲਾਂ ਤੇ ਬਹੁਤ ਧਰਮਯੁੱਧ ਮੋਰਚੇ 'ਚ ਇੱਕ ਵਾਰ ਗੁਰੂ ਨਾਨਕ ਨਿਵਾਸ ਉੱਪਰਲੀ ਮੰਜ਼ਲ 'ਤੇ ਸੈਰ ਕਰਦੇ ਸੀ। ਪਿੰਡੋਂ ਗਏ, ਪੌੜੀਆਂ 'ਚ ਪਹਿਰਾ ਸੀ, ਸਿੰਘਾਂ ਨੂੰ ਕਿਹਾ ਦਰਸ਼ਨ ਕਰ ਲੈਣ ਦਿਓ। ਉਹ ਅੱਗੇ ਉੱਥੇ ਜਾਣ ਦੀ ਸਨ, ਕਹਿਣ ਲੱਗੇ ਪਚੰਗੀਆਂ ਬਿਲਕੁਲ ਨਹੀਂ, ਭਾਜਾ ਥੱਲੇ। ਉਹਨਾਂ ਨਾਲ ਲੜ ਲੁੜ ਕੇ ਹੱਸ ਖੇਡ ਕੇ ਚਲੇ ਗਏ। ਉਹਨਾਂ ਮੇਰੀ ਬਾਂਹ ਫੜ ਲਈ, ਕਹਿਣ ਲੱਗੇ ਚਲੋ ਇੱਥੇ ਪੌੜੀ ਤੋਂ ਬੂਹਾ ਖੋਲ੍ਹਦੇ ਹਾਂ, ਦੂਰੋਂ ਵੇਖ ਲੈ, ਸੰਤ ਝਿੜਕਣਗੇ ਵੀ ਐਵੇਂ ਅਸੀਂ ਨਿਤਨੇਮ ਕਰਦੇ ਹਾਂ ਅਤੇ ਸਾਨੂੰ ਵੀ ਪਵਾਏਗਾ। ਜਿਵੇਂ ਖੈਰ ਕੁਲਵੰਤ ਸਿੰਘ ਜੀ ਸਾਨੂੰ ਸ਼ਹੀਦ ਹੋ ਚੁੱਕੇ ਨੇ, ਹੁਣ ਨਹੀਂ ਖਾਨ। ਉਹਨਾਂ ਨੇ ਜਦੋਂ ਸਾਹਮਣੇ ਕੀਤਾ ਤੇ ਮੈਂ ਖਲੋਤਾ ਵੀ ਉੱਧਰੋਂ ਜਦੋਂ ਸੈਰ ਕਰਦੇ ਮੁੜੇ, ਫਤਿਹ ਦੀ ਸਾਂਝ ਦੂਰੋਂ ਹੀ ਪਾਣੀ ਸੀ। ਉਹ ਹੱਸ ਪਏ ਤੇ ਇਸ਼ਾਰਾ ਕੀਤਾ ਆ ਜਾ। ਚਲਾ ਗਿਆ, ਨਾਲੇ ਉਹਨਾਂ ਨੂੰ ਚੜਾ ਗਿਆ। ਸੰਤਾਂ ਨੇ ਆਵਾਜ਼ ਮਾਰ ਲਈ ਕੌਣ? ਉਹ ਕਹਿਣ ਲੱਗੇ ਅੱਜ ਵਾਪਸ ਤੈਨੂੰ ਦੱਸਦੇ ਹਾਂ। ਸੰਤਾਂ ਨੇ ਨਾਲੇ ਨਾਲ ਤੁਰੇ ਜਾਣ, ਸੱਜੀ ਬਾਂਹ ਨਾਲ ਥੱਲੇ ਲੈ ਲਿਆ, ਲੈ ਕੇ ਕਹਿਣ ਲੱਗੇ ਕਿਵੇਂ ਠੀਕ ਹੈ ਸਾਰਾ ਕੁਝ ਜੀ? ਬਾਹਰ ਕੀ ਹਾਲਾਤ ਨੇ ਧਰਮਯੁੱਧ ਮੋਰਚੇ ਦੇ ਪ੍ਰਤੀ, ਲੋਕ ਕੀ ਸੋਚਦੇ ਨੇ ਮੈਨੂੰ ਪੁੱਛ ਰਹੇ। ਮੈਂ ਬੱਚਾ ਵਾਂ ਜੀ, ਮੈਨੂੰ ਕੁਛ ਪਤਾ ਹੀ ਨਹੀਂ ਲੋਕ ਕੀ ਸੋਚਦੇ ਨੇ। ਕੇਵਲ ਇੰਨਾ ਹੀ ਚਾਅ ਹੁੰਦਾ ਸੀ ਵੀ ਉੱਥੇ ਰਹਿੰਦੇ ਹਾਂ, ਮੋਰਚੇ 'ਚ ਜਾਣਾ ਹੈ, ਇਸ ਤੋਂ ਵੱਧ ਕੁਛ ਨਹੀਂ। ਸੋਚੀਦਾ ਹੈ ਵੀ ਇੱਕ ਬੱਚੇ ਤੋਂ ਵੀ ਉਹ ਕੁਛ ਨਾ ਕੁਝ ਪੁੱਛਦੇ ਨੇ ਵੀ ਬਾਹਰ ਦੇ ਹਾਲਾਤ ਕੀ। ਹਰ ਕਿਸੇ ਦਾ ਅਦਬ ਤੇ ਸਤਿਕਾਰ। ਗੁਰੂ ਕੇ ਪਿਆਰਿਓ, ਜਦੋਂ ਮਿਸ਼ਨਰੀ ਕਾਲਜ ਸੀ ਤਦ ਮੋਰਚਾ ਲੱਗਾ, ਉਦੋਂ ਗੁਰੂ ਰਾਮਦਾਸ ਸਾਹਿਬ ਲੰਗਰ ਦੀ ਉੱਪਰਲੀ ਮੰਜ਼ਲ 'ਤੇ ਜਾ ਕੇ ਸੰਤ ਖਲੋਂਦੇ, ਜਿਨ੍ਹਾਂ ਦੇ ਸਵਾਲ ਹੁੰਦੇ ਜਾਂ ਕੁਝ ਪੁੱਛਣਾ ਦੱਸਣਾ, ਉਦੋਂ ਉੱਤੇ ਸਨ। ਉੱਥੇ ਜਦੋਂ ਗਏ, ਸੰਗਤ ਬਹਿ ਜਾਂਦੀ ਸੀ ਅਤੇ ਸੰਤ ਹੱਥ ਵਿੱਚ ਮਾਈਕ ਪਕੜ ਕੇ ਸਟੈਂਡ ਤੋਂ ਬਗੈਰ ਵੈਸੇ ਹੀ ਪਕੜਿਆ ਹੋਣਾ, ਅਤੇ ਜੋ ਕਿਸੇ ਦੇ ਸਵਾਲ ਹੋਣੇ ਉਹਨਾਂ ਦੇ ਜਵਾਬ ਦੇਣੇ। ਇੱਕ ਵਾਰ ਮਹਾਰਾਜ ਜੀ ਨੇ ਉਦੋਂ ਹੀ ਮੌਕਾ ਦਿੱਤਾ, ਪੁੱਛਿਆ ਸੀ ਵੀ ਬਾਬਾ ਜੀ ਦੱਸੋ, ਗੱਲ ਕਿਸੇ ਨਾਲ ਕਰ ਰਹੇ ਸਨ ਅਤੇ ਨਾਲ ਪਕੜ ਕੇ ਕਹਿੰਦੇ ਆ ਜਾ ਇੱਧਰ ਖੱਬੇ ਪਾਸੇ, ਕਿਉਂਕਿ ਲੰਬੇ ਸਣੇ ਛੋਟੇ, ਬੁੱਕਲ 'ਚ ਲੈ ਕੇ ਨਾਲੇ ਖਲਾਈ ਜਾਣ ਅਤੇ ਜਵਾਬ ਦੇਈ ਜਾਣ। ਕਹਿੰਦੇ ਤੂੰ ਤਾਂ ਨਹੀਂ ਕੁਝ ਪੁੱਛਣਾ? ਜੀ ਪੁੱਛਣਾ ਕੀ ਹੈ? ਮੈਂ ਕਿਹਾ ਚਲੋ ਆਪਾਂ ਹੀ ਪੁੱਛ ਲਈਏ। ਡਰਦਿਆਂ ਪੁੱਛਿਆ ਵੀ ਉੱਥੇ ਪੜ੍ਹਾਉਂਦੇ ਸਾਂ, ਗੱਲ ਚੱਲੀ ਵੀ ਭਗਤ ਧੰਨਾ ਜੀ ਨੇ ਪੱਥਰ 'ਚੋਂ ਰੱਬ ਨਹੀਂ ਪਾਇਆ। ਅਸੀਂ ਤੇ ਸੁਣਦੇ ਸਾਂ ਵੀ ਪੱਥਰ ਕੋਲੋਂ ਰੱਬ ਪਾਇਆ ਸਨ। ਕਹਿਣ ਲੱਗੇ ਉਦੋਂ ਕਹਿੰਦੇ ਸੀ ਨਾ ਪੜ੍ਹ ਲਓ, ਉਦੋਂ ਸ਼ਰਾਰਤਾਂ ਕਰਦੇ ਫਿਰਦੇ ਸੀ। ਨਾਲ ਹੀ ਸਮਝਾਇਆ ਇਸ ਤਰ੍ਹਾਂ ਨਹੀਂ। ਕਹਿਣ ਲੱਗੇ ਗੱਲ ਪੱਥਰ ਦੀ ਨਹੀਂ ਹੁੰਦੀ, ਗੱਲ ਵਿਸ਼ਵਾਸ ਦੀ, ਭਰੋਸੇ ਦੀ ਦੇਣ ਵਾਲੇ ਲਈ ਪੱਥਰ ਸੀ, ਵੇਖਣ ਵਾਲੇ ਲਈ ਪੱਥਰ ਨਹੀਂ ਸੀ। ਉਸ ਨੇ ਜਿਹੜੀ ਕਮਾਈ ਕੀਤੀ ਉਹਦੀ ਬਦੌਲਤ ਨਿਰੰਕਾਰ ਨੇ ਉੱਥੋਂ ਦਰਸ਼ਨ ਦਿਦਾਰੇ ਕਰਵਾਏ। ਖੈਰ ਮੁੱਕਦੀ ਗੱਲ ਪਿਆਰਿਓ, ਮੈਂ ਕੇਵਲ ਇਹ ਬੇਨਤੀ ਕਰਾਂਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ 1947 2 ਜੂਨ ਨੂੰ ਸੰਤਾਂ ਦਾ ਜਨਮ ਸੀ। 1977 ਨੂੰ ਦਮਦਮੀ ਟਕਸਾਲ ਦੇ ਉਹ ਮੁਖੀ ਬਣੇ। ਸਾਧ ਸੰਗਤ ਕੀ ਹੈ, ਕੇਵਲ 30 ਸਾਲ ਦੀ ਉਮਰ, ਅਤੇ ਫਿਰ 7 ਸਾਲ ਦਮਦਮੀ ਟਕਸਾਲ ਦੇ ਆਗੂ ਬਣ ਕੇ ਸੇਵਾ ਕੀਤੀ। ਪਰ ਕਦੇ ਵੀ ਆਗੂ ਉਹਨਾਂ ਨੇ ਆਪਣੇ ਆਪ ਨੂੰ ਵੱਡਾ ਨਹੀਂ, ਜਥੇ ਦੇ ਸਿੰਘਾਂ ਨੂੰ ਪੂਰਾ ਅਦਬ ਸਤਿਕਾਰ ਵੀ ਦਿੰਦੇ ਸਨ। ਹਰ ਛੋਟੇ ਵੱਡੇ ਨੂੰ ਸਿੱਖਣ ਦੀ ਭਾਵਨਾ ਰੱਖਦੇ ਸਨ ਅਤੇ ਨਾਲ ਨਾਲ ਹਸਾਣਾ ਖਿਡਾਉਣਾ ਵੀ। ਪਰ ਜੇ ਕੋਈ ਗਲਤੀ ਕਰੇ ਤਾਂ ਸਖਤੀ ਵੀ ਬਹੁਤ ਵੱਡੀ ਸੀ। ਤੋ ਅੱਜ ਦੇ ਦਿਨ ਉਹਨਾਂ ਦੇ ਗੁਰੂ ਕੇ ਪਿਆਰੋ ਕੀਤੇ ਪਰਉਪਕਾਰਾਂ ਨੂੰ ਸਾਹਮਣੇ ਰੱਖ ਕੇ ਕੇਵਲ ਸ਼ੁਕਰਾਨੇ ਵਜੋਂ 2-4 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਨੂੰ ਜੀ ਕੀਤਾ ਅਤੇ ਅੱਜ ਕਰਦੇ ਪਏ ਹਾਂ। ਮਹਾਰਾਜ ਮਿਹਰ ਕਰਨ। ਸ਼ੁਰੂਆਤ ਸਤਿਗੁਰੂ ਜੀ ਨੇ ਉੱਥੋਂ ਕਰਵਾਈ ਸੀ। ਉਹਨਾਂ ਦੀ ਪ੍ਰੇਰਨਾ ਸਦਕਾ ਹੀ ਫਿਰ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਵੀ ਗਏ। ਕਈ ਵਾਰ ਸਿੰਘ ਬੜੀ ਹੈਰਾਨੀ ਨਾਲ ਪੁੱਛਦੇ ਨੇ, ਮਿਸ਼ਨਰੀ ਹੋਰ, ਟਕਸਾਲ ਵਾਲੇ ਹੋਰ, ਤੁਸੀਂ ਕਿਵੇਂ ਦੋਨਾਂ ਨੂੰ? ਮਹਾਰਾਜ ਜੀ ਨੇ ਦੋਨੋਂ ਜਗ੍ਹਾ 'ਤੇ ਸਿੱਖਿਆ ਦਵਾਈ ਹੈ, ਪਰ ਨਾ ਟਕਸਾਲੀਆਂ ਨਾ ਮਿਸ਼ਨਰੀ। ਜੋ ਉਹਨਾਂ ਨੇ ਕਿਹਾ ਕਲਗੀਆਂ ਵਾਲੇ ਦੇ ਬਣ ਕੇ ਰਹਿਣਾ,
ਸਤਿਗੁਰੂ ਨੇ ਅੱਜ ਤੱਕ ਬਣਾਇਆ ਤੇ ਗਾਂ ਬਣਾ ਕੇ ਰੱਖਣ। ਸਤਿਕਾਰ ਹਰ ਉਹ ਸੰਸਥਾ ਤੇ ਸ਼ਖਸ ਦਾ ਹੈ ਜਿੱਥੋਂ ਜਿੱਥੋਂ ਰਾਹਾਂ ਤੋਂ ਚੱਲ ਕੇ ਅੱਜ ਇਸ ਮੰਜ਼ਿਲ ਤੇ ਪਹੁੰਚ ਕੇ ਜ਼ਿੰਦਗੀ 'ਚ ਸਤਿਗੁਰੂ ਦੇ ਘਰ ਦੀਆਂ ਜੋ ਦਾਤਾਂ ਮਾਣ ਰਹੇ ਹਾਂ, ਸਦਾ ਹੀ ਉਹਨਾਂ ਨੂੰ ਨਮਸਕਾਰ ਰਹੇਗੇ। ਭੁੱਲ ਚੁੱਕ ਦੀ ਖਿਮਾ ਕਰਨੀ ਤੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।